ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਬਾਰੇ ਗੱਲ ਕਰਾਂਗੇ। ਇਸ ਤੋਂ ਬਿਨਾ ਮਲੇਰਕੋਟਲਾ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ। 647 ਈਸਵੀ ਵਿੱਚ ਭਾਰਤ ਦੇ ਹੁਕਮਰਾਨ ਹਰਸ਼ਵਰਧਨ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਰਾਜ ਵਿਚਲੀਆਂ ਰਿਆਸਤਾਂ ਆਜ਼ਾਦ ਹੋ ਗਈਆਂ। ਹਰੇਕ ਰਿਆਸਤ ਦੂਸਰੀ ਰਿਆਸਤ ਉੱਪਰ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀ ਸੀ ਅਤੇ ਹਰ ਪਲ ਆਪਸੀ ਖਿੱਚੋਤਾਣ ਚੱਲਦੀ ਰਹਿੰਦੀ ਸੀ। ਕਈ ਰਿਆਸਤਾਂ ਨੇ ਖੁਦ ਮੁਖਤਿਆਰ ਹੋਣ ਦੇ ਐਲਾਨ ਵੀ ਕੀਤੇ ਤੇ ਇਹ ਆਪਸੀ ਝਗੜਿਆਂ ਦਾ ਫਾਇਦਾ ਵਿਦੇਸ਼ੀ ਤਾਕਤਾਂ ਨੇ ਲੈਣਾ ਸ਼ੁਰੂ ਕਰ ਦਿੱਤਾ। ਸੋ ਕਾਫੀ ਲੰਬਾ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ। ਤਕਰੀਬਨ 500 ਸਾਲ ਬਾਅਦ ਹਿੰਦੁਸਤਾਨ ਵਿਦੇਸ਼ੀ ਤਾਕਤਾਂ ਦੇ ਅਧੀਨ ਹੁੰਦਾ ਗਿਆ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਸ਼ਖਫੀ ਨੇ ਦੇਵਲ ਤੇ ਹਮਲਾ ਕੀਤਾ, ਜੋ ਕਿ ਉਸ ਸਮੇਂ ਬੁੱਧ ਧਰਮ ਦਾ ਮੁੱਖ ਪ੍ਰਚਾਰਕ ਕੇਂਦਰ ਸੀ। ਫਿਰ ਇਸ ਤੋਂ ਬਾਅਦ ਮਹਿਮੂਦ ਗਜ਼ਨਵੀ ਨੇ 971 ਈਸਵੀ ਤੋਂ ਲੈ ਕੇ 1030 ਈਸਵੀ ਤੱਕ ਆਪਣਾ ਸ਼ਾਸਨ ਕੀਤਾ। ਇਸ ਤਰ੍ਹਾਂ ਇੱਥੇ ਵੱਖ-ਵੱਖ ਵਿਦੇਸ਼ੀਆਂ ਦਾ ਸ਼ਾਸਨ ਸ਼ੁਰੂ ਹੋ ਗਿਆ। ਫਿਰ ਸੁਲਤਾਨ ਸ਼ਹਾਬੂਦੀਨ ਮੁਹੰਮਦ ਗੌਰੀ, ਸੁਲਤਾਨ ਸ਼ਮਸਦੀਨ ਇਲਤਮਸ਼, ਰਜ਼ੀਆ ਸੁਲਤਾਨ, ਸੁਲਤਾਨ ਨਸਰੁਦੀਨ ਮਹਿਮੂਦ, ਸੁਲਤਾਨ ਗਿਆਸੁਦੀਨ ਬਾਲਬਨ, ਸੁਲਤਾਨ ਜਲਾਲੁਦੀਨ ਫਿਰੋਜ਼ ਖਿਲਜੀ, ਸੁਲਤਾਨ ਅਲਾਉਦੀਨ ਖਿਲਜੀ, ਸੁਲਤਾਨ ਗਿਆਸੁਦੀਨ ਤੁਗਲਕ, ਸੁਲਤਾਨ ਮੁਹੰਮਦ ਤੁਗਲਕ, ਸੁਲਤਾਨ ਫਿਰੋਜ਼ ਸ਼ਾਹ ਤੁਗਲਕ। ਇਸ ਤੋਂ ਬਾਅਦ ਸ਼ਾਦਾਤ ਵੰਸ਼ ਦੇ ਖਿਜ਼ਰ ਖਾਂ। ਇਹਨਾਂ ਤੋਂ ਬਾਅਦ ਲੋਧੀ ਵੰਸ਼ ਸ਼ੁਰੂ ਹੋਇਆ। ਸੁਲਤਾਨ ਬਹਿਲੋਲ ਲੋਧੀ, ਸੁਲਤਾਨ ਸਿਕੰਦਰ ਲੋਧੀ, ਸੁਲਤਾਨ ਇਬਰਾਹਿਮ ਲੋਧੀ, ਫਿਰ ਸ਼ੇਰ ਸ਼ਾਹ ਸੂਰੀ, ਇਸਲਾਮ ਸ਼ਾਹ ਸੂਰੀ ਤੇ 971 ਈਸਵੀ ਤੋਂ ਲੈ ਕੇ 1553 ਈਸਵੀ ਤੱਕ ਇਹਨਾਂ ਨੇ ਦਿੱਲੀ ਤਖਤ ਤੇ ਹਕੂਮਤ ਕੀਤੀ। ਹੁਣ ਗੱਲ ਕਰਦੇ ਹਾਂ ਇਹਨਾਂ ਵਿੱਚੋਂ ਬਹਿਲੋਲ ਲੋਧੀ ਦੀ। ਬਹਿਲੋਲ ਲੋਧੀ ਹਿੰਦੁਸਤਾਨ ਦੀ ਪਹਿਲੀ ਅਫਗਾਨ ਹਕੂਮਤ ਦਾ ਬਾਨੀ ਸੀ। ਲੋਧੀਆਂ ਦਾ ਰਾਜਕਾਲ ਖਿਲਜੀਆਂ ਦੇ ਰਾਜਕਾਲ ਤੋਂ ਕਾਫੀ ਵੱਧ ਸੀ ਅਤੇ ਇਹਨਾਂ ਦੇ ਕਾਰਨਾਮੇ ਵੀ ਸੈਯਦ ਅਤੇ ਤੁਗਲਕ ਖਾਨਦਾਨ ਨਾਲੋਂ ਕਿਤੇ ਵੱਧ ਸਨ। ਹਿੰਦੁਸਤਾਨ ਦੇ ਹੁਕਮਰਾਨ ਖਾਨਦਾਨਾਂ ਵਿੱਚੋਂ ਲੋਧੀ ਖਾਨਦਾਨ ਆਖਰੀ ਸ਼ਾਹੀ ਖਾਨਦਾਨ ਸੀ, ਜਿਸ ਤੋਂ ਮੁਗਲਾਂ ਨੇ ਹਿੰਦੁਸਤਾਨ ਦਾ ਤਖਤ ਖੋਇਆ। ਭਾਵ ਕਿ ਲੋਧੀਆਂ ਤੋਂ ਬਾਅਦ ਮੁਗਲਾਂ ਨੇ ਹਿੰਦੁਸਤਾਨ ਦੇ ਤਖਤ ਤੇ ਹਕੂਮਤ ਸ਼ੁਰੂ ਕੀਤੀ। ਇੱਕ ਵਾਰ ਬਹਿਲੋਲ ਲੋਧੀ ਦਿੱਲੀ ਫਤਿਹ ਕਰਨ ਦੇ ਲਈ ਜਾ ਰਿਹਾ ਸੀ। ਰਾਹ ਜਾਂਦਿਆਂ ਸ਼ਾਮ ਹੋਈ ਤੇ ਬਹਿਲੋਲ ਲੋਧੀ ਨੇ ਪੜਾਅ ਕਰਨ ਦਾ ਫੈਸਲਾ ਕੀਤਾ ਤੇ ਹੁਕਮ ਦਿੱਤਾ ਕਿ ਅੱਜ ਰਾਤ ਇੱਥੇ ਗੁਜ਼ਾਰਨੀ ਹੈ, ਇੱਥੇ ਹੀ ਖੇਮੇ ਸਰਾਇਚੇ ਲਗਾ ਲਏ ਜਾਣ। ਹੁਕਮ ਦੀ ਤਾਮੀਲ ਹੋਈ, ਖੇਮੇ ਸਰਾਇਚੇ ਲਗਾਏ ਗਏ। ਉਸ ਥਾਂ ਨੂੰ ਉਦੋਂ ਭੁਮਸੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸੂਰਜ ਢਲਿਆ, ਹਨੇਰਾ ਹੋਇਆ। ਅਚਾਨਕ ਕੁਝ ਸਮੇਂ ਬਾਅਦ ਜ਼ੋਰਦਾਰ ਤੂਫਾਨ ਆਇਆ। ਉਸਨੇ ਬਹਿਲੋਲ ਲੋਧੀ ਦੇ ਸਾਰੇ ਖੇਮੇ ਸਰਾਇਚੇ ਪੱਟ ਸੁੱਟੇ ਤੇ ਬਹਿਲੋਲ ਲੋਧੀ ਬਹੁਤ ਪਰੇਸ਼ਾਨ ਹੋਇਆ। ਤੇ ਇੰਨੇ ਨੂੰ ਅਚਾਨਕ ਉਸਦੀ ਨਿਗਾਹ ਇੱਕ ਝੁੱਗੀ ਤੇ ਗਈ ਤੇ ਉਸਨੇ ਦੇਖਿਆ ਝੁੱਗੀ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਉਸ ਦੇ ਅੰਦਰ ਇੱਕ ਦੀਵਾ ਵੀ ਜਲ ਰਿਹਾ ਹੈ। ਬਹਿਲੋਲ ਲੋਧੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਸਾਡੇ ਤਾਂ ਸਾਰੇ ਖੇਮੇ ਸਰਾਇਚੇ ਹਨੇਰੀ ਨੇ ਪੱਟ ਸੁੱਟੇ ਆ ਤੇ ਉਧਰ ਕੋਈ ਵੀ ਨੁਕਸਾਨ ਨਹੀਂ ਹੋਇਆ, ਸਗੋਂ ਝੁੱਗੀ ਦੇ ਅੰਦਰ ਇੱਕ ਦੀਵਾ ਵੀ ਜਗ ਰਿਹਾ ਹੈ। ਇਹ ਸਭ ਦੇਖ ਬਹਿਲੋਲ ਲੋਧੀ ਨੇ ਸੋਚਿਆ ਕਿ ਜ਼ਰੂਰ ਉਸ ਝੁੱਗੀ ਦੇ ਵਿੱਚ ਕੋਈ ਬੰਦਗੀ ਵਾਲੀ ਹਸਤੀ ਹੋਵੇਗੀ ਤੇ ਉਸ ਝੁੱਗੀ ਦੇ ਵਿੱਚ ਉਸ ਸਮੇਂ ਕਸਬਾ ਮਲੇਰ ਦੇ ਸ਼ੇਖ ਸਦਰੂਦੀਨ ਜੀ ਰਹਿੰਦੇ ਸਨ, ਜੋ ਕਿ ਖੁਦਾ ਦੀ ਬੰਦਗੀ ਕਰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕਰ ਰਹੇ ਸਨ। ਬਹਿਲੋਲ ਲੋਧੀ ਝੁੱਗੀ ਦੇ ਵਿੱਚ ਪਹੁੰਚਿਆ ਅਤੇ ਸ਼ੇਖ ਸਦਰੂਦੀਨ ਜੀ ਦੇ ਅੱਗੇ ਫਰਿਆਦ ਕੀਤੀ ਕਿ ਤੁਸੀਂ ਬੰਦਗੀ ਵਾਲੀ ਹਸਤੀ ਹੋ, ਪਹੁੰਚੀ ਹੋਈ ਹਸਤੀ ਹੋ। ਮੈਂ ਦਿੱਲੀ ਫਤਿਹ ਕਰਨ ਦੇ ਲਈ ਜਾ ਰਿਹਾ ਹਾਂ ਤੇ ਤੁਸੀਂ ਮੇਰੀ ਜਿੱਤ ਦੇ ਹੱਕ ਦੇ ਵਿੱਚ ਦੁਆ ਕਰੋ ਕਿ ਮੈਂ ਜਿੱਤ ਕੇ ਮੁੜਾਂ। ਇਸ ਤਰ੍ਹਾਂ ਸ਼ੇਖ ਸਦਰੂਦੀਨ ਜੀ ਦੀਆਂ ਅਸੀਸਾਂ ਲੈਣ ਤੋਂ ਬਾਅਦ ਬਹਿਲੋਲ ਲੋਧੀ ਅਗਲੇ ਦਿਨ ਦਿੱਲੀ ਨੂੰ ਰਵਾਨਾ ਹੋਇਆ। ਦਿੱਲੀ ਜਿੱਤ ਕੇ ਜਦੋਂ ਬਹਿਲੋਲ ਲੋਧੀ ਵਾਪਸ ਆ ਰਿਹਾ ਸੀ ਤਾਂ ਫਿਰ ਉਸੇ ਸਥਾਨ ਤੇ ਸ਼ੇਖ ਸਦਰੂਦੀਨ ਜੀ ਦੇ ਕੋਲ ਰੁਕਿਆ। ਨਜ਼ਰਾਨੇ ਭੇਟਾਂ ਕਰਦਿਆਂ ਸ਼ੇਖ ਸਦਰੂਦੀਨ ਜੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਨਾਲ ਹੀ ਉਸਨੇ ਸ਼ੇਖ ਸਦਰੂਦੀਨ ਜੀ ਨੂੰ ਸਦਰੇ ਜਹਾਂ ਦੀ ਉਪਾਧੀ ਦੇ ਨਾਲ ਨਿਵਾਜ਼ਿਆ। ਉਸ ਤੋਂ ਬਾਅਦ ਸ਼ੇਖ ਸਦਰੂਦੀਨ ਜੀ ਨੂੰ ਸਦਰੇ ਜਹਾਂ ਕਿਹਾ ਜਾਣ ਲੱਗਿਆ।
फिर बहलोल लोधी ने शेख सदरुद्दीन जी दे नाल अपनी धी ताज मुरस्सा बेगम दा निकाह करन दी इच्छा प्रगटाई। शेख सदरुद्दीन जी नूं कबूल करनी पई। इस तो बाद बहलोल लोधी विदा होके वापस आया ते वापस आके कुछ समय बाद उस दी मौत हो गई। उस दी मौत तो बाद उस दा पुत्र सिकंदर लोधी बादशाह बनया। अपने पिता ਵੱਲੋਂ ਕੀਤੀ ਹੋਈ फरियाद ਨੂੰ पूरा ਕਰਨ ਦੇ ਲਈ सिकंदर लोधी ने अपनी भैन ताज मुरस्सा बेगम का निकाह शेख सदरुद्दीन जी दे नाल कर दिता। गुजारे लई 69 पिंडां दी ज़मीन उन्हां नूं दे दित्ती ते इस तरह चलदियां इत्थों ही मालेरकोटला रियासत दा मुੱਢ ਵੱਜਿਆ ते जिन्नी देर ताज मुरस्सा बेगम जिउंदी रही उन्नी देर लोधी वंश के शासक जदों भी लाहौर तो दिल्ली नूं जां दिल्ली तो लाहौर नूं जांदे सन ਤਾਂ ਰਸਤੇ ਵਿੱਚ ਮਾਲੇਰਕੋਟਲਾ ਵਿਖੇ ਆਪਣੀ ਭੂਆ ਨੂੰ ਜ਼ਰੂਰ ਮਿਲ ਕੇ ਜਾਇਆ ਕਰਦੇ ਸਨ। ਰਿਆਸਤ ਮਾਲੇਰਕੋਟਲਾ ਵਿੱਚ ਨਵਾਬ ਵਾजिद ਅਲੀ ਖਾਨ ਤੋਂ ਨਵਾਬੀ ਸ਼ੁਰੂ ਹੋਈ। ਇਹਨਾਂ ਨੇ 1604 ਈਸਵੀ ਤੋਂ ਲੈ ਕੇ 1659 ਤੱਕ ਇੱਥੇ ਰਾਜ ਕੀਤਾ। ਇਹਨਾਂ ਦੀ ਵੰਸ਼ ਵਿੱਚੋਂ ਹੀ ਨਵਾਬ ਸ਼ੇਰ ਮੁਹੰਮਦ ਖਾਨ ਜੀ ਹੋਏ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਿਰੋਧ ਕਰਦਿਆਂ ਹੋਇਆਂ ਹਾਂ ਦਾ ਨਾਰਾ ਲਗਾਇਆ ਸੀ। ਹਾਂ ਦਾ ਨਾਰਾ ही नहीं लगाया, सगों बेखौफ हो के हिंदुस्तान के बादशाह औरंगजेब नूं एक खत भी लिखिया, जिस विच उन्होंने लिखिया सी कि छोटे मासूम बच्चों का की कसूर, इन्हां नूं सज़ा देना गलत है। इस तो बाद जदों श्री गुरु गोबिंद सिंह साहब जी महाराज जी नूं इस गल का पता लग्या कि नवाब शेर मुहम्मद खान जी ने हा दा नारा लगाया, तां श्री गुरु गोबिंद सिंह साहब जी महाराज जी ने एक श्री साहिब बख्शिश वजों नवाब शेर मुहम्मद खान जी नूं भेजी, जो कि अज भी उन्हां दे परिवार दे कोल मौजूद है अते बहुत शरधा अते सत्कार दे नाल संभाल के रखी हुई है। इकल्ले शेर मुहम्मद खान जी नहीं, सगों उन्हां दी वंश विचों 1947 वेले जो नवाब अहमद अली खान सन, उन्हां ने अपनी दरिया दिली दिखाउंदियां होइयां ਜਿਹੜੇ सिख पाकिस्तान तो उजड़ के मलेरकोटला विखे पहुंचे सन, उन्हां नूं महल दीयां चाबियां दिंदियां होइयां यह कहा कि अज तो तुसी इस महल दे मालक हो, अज तो ये महल तुहाडा है ते जो भी सिख पाकिस्तान तो इधर आया है ते मैं उस नूं मलेरकोटले दीयां गलियां विच नहीं रुलन देवांगा। इस तरह उन्होंने भी अपनी दरिया दिली दिखाई सी ते अज भी उन्हां सिंधी सिखां दे परिवार मालेरकोटला दे महल विखे रह रहे हैं। आप जी नूं उन्हां नाल मिलावांगे ते उन्हां दी जुबानी उन्हां दी दास्तान सुणांगे किवें ओह पाकिस्तान तो इत्थे पहुंचे सन। सो हुण असीं आप जी नूं लैके जा रहे हां मालेरकोटला दे मुबारक मंजिल महल दे विच। यह जो महल आप जी देख रहे हो, इस महल का नाम है मुबारक मंजिल महल ਅਤੇ जो इत्थों ਦੇ मौजूदा बेगम मुनव्वर उल निसा जी ਹਨ, ਉਹ ਇਸੇ महल ਦੇ ਵਿੱਚ ਰਹਿ ਰਹੇ ਹਨ। ਉਹਨਾਂ ਦੇ ਨਾਲ ਮਿਲਾਉਣ ਤੋਂ ਪਹਿਲਾਂ ਆਪ ਜੀ ਨੂੰ ਅਸੀਂ महल ਦਿਖਾਵਾਂਗੇ। ਇਹ ਹੈ महल ਦਾ ਮੁੱਖ ਸਥਾਨ, ਜਿੱਥੇ ਕਿ ਪੁਰਾਣੇ ਸਮੇਂ ਵਿੱਚ ਇੱਥੋਂ ਦੇ ਨਵਾਬ ਸਾਹਿਬ ਦੀਆਂ ਗੱਡੀਆਂ ਆ ਕੇ ਰੁਕਿਆ ਕਰਦੀਆਂ ਸਨ ਤੇ ਇਸ ਤੋਂ ਅੱਗੇ ਫਿਰ महल ਦੇ ਵਿੱਚ ਉਹ ਅੰਦਰ ਜਾਇਆ ਕਰਦੇ ਸਨ। इस महल की जो बनतर है, इस दे विच किते ना किते विदेशी कारागरी की झलक पैंदी है। ये महल अपने आप विच एक बहुत वड्डी विरासत है। ये जो दरवाजे आप जी देख रहे हो, ये पुराने समयां दे लगे हुए दरवाजे हैं। आप जी देखो कि लकड़ कित्थों लैके आंदी होगी उन्होंने उस समय, जो कि अज भी बहुत वधिया तरीके दे नाल लगी हुई है। नहीं तो आप अजकल देखते हैं कि जो आम तौर पर घरों में लकड़ लगा के जोड़ी पल्ला लगाया जाता है, तो वो कुछ समय बाद लकड़ घुम जाती है जां लकड़ फट जाती है। पर आप जी इत्थे आके किते देखो, इस दे जो दरवाजे खिड़कियां हैं वो बिल्कुल उस तरह ही हैं जिमें यह पहलां लगाए गए सन। बहुत खूबसूरत थंभले ते इस तो उपर आप जी जंगला देखो, जो जंगला लग्या होया है ये बिल्कुल उस तरह है जो पुराने समय दे विच इत्थों दे नवाब साहब ने बनवाया सी, अज भी उस तरह है। इस दियां कंधां उपर आप जी देखो बहुत सोहनी कारागरी की गई है। ये जो बुरज आप जी देख रहे हो, ये महल दे बिल्कुल उपर बनया होया है ते इस दे विचाले एक पोल लगाया गया है जिस दे उपर
ਝੰਡਾ ਝੁਲਾਇਆ ਜਾ ਸਕਦਾ ਹੈ। ਹੋ ਸਕਦਾ ਪੁਰਾਣੇ ਸਮੇਂ ਦੇ ਵਿੱਚ ਇੱਥੇ ਇਸ ਰਿਆਸਤ ਦਾ ਝੰਡਾ ਝੂਲਦਾ ਹੋਵੇ। ਆਪ ਜੀ ਦੇਖੋ ਕਿੰਨੀ ਸੋਹਣੀ ਇਮਾਰਤ ਬਣੀ ਹੋਈ ਹੈ। ਇਹ ਫੁੱਲ ਕਿੰਨੇ ਸੋਹਣੇ ਬਣੇ ਹੋਏ ਹਨ ਥੰਮਲਿਆਂ ਦੇ ਉੱਪਰ। ਤੇ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਜੋ ਇਮਾਰਤਾਂ ਬਣਦੀਆਂ ਹਨ ਉਹ ਕੁਝ ਸਮੇਂ ਬਾਅਦ ਉਹਨਾਂ ਵਿੱਚ ਕਿਤੇ ਨਾ ਕਿਤੇ ਤਰੇੜ ਆ ਜਾਂਦੀ ਹੈ, ਪਰ ਸਾਨੂੰ ਇਸ ਦੇ ਬਾਹਰ ਕਿਤੇ ਵੀ ਕੋਈ ਵੀ ਦੀਵਾਰਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਤਰੇੜ ਦੇਖਣ ਨੂੰ ਨਹੀਂ ਮਿਲੀ। ਜਿਵੇਂ ਕਿ ਅੱਜ ਕੱਲ੍ਹ ਛੱਤਾਂ ਬਣਾਉਣ ਦੇ ਲਈ ਲੈਂਟਰ ਪਾਇਆ ਜਾਂਦਾ ਹੈ, ਸਰੀਆ ਪਾਇਆ ਜਾਂਦਾ ਹੈ, ਸੀਮੈਂਟ ਪਾਇਆ ਜਾਂਦਾ ਹੈ, ਪਰ ਇੱਥੇ ਸਰੀਆ ਕਿਤੇ ਵੀ ਨਹੀਂ ਦੇਖਣ ਨੂੰ ਮਿਲ ਰਿਹਾ। ਸਿਰਫ ਇੱਟਾਂ ਹੀ ਵਰਤੀਆਂ ਗਈਆਂ ਹਨ ਜਾਂ ਉਸ ਦੇ ਵਿੱਚ ਲੰਬੇ ਗਾਡਰ ਲਗਾਏ ਗਏ ਹਨ। ਆਪ ਜੀ ਇਹ ਦੇਖੋ ਇੱਟਾਂ ਦੀ ਚਣਾਈ ਦੇ ਨਾਲ ਹੀ ਇਹ ਲੈਂਟਰ ਬਣਾਇਆ ਗਿਆ ਹੈ। ਤਕਰੀਬਨ 3-3 ਫੁੱਟ ਮੋਟੀਆਂ ਇਸ ਦੀਆਂ ਕੰਧਾਂ ਹਨ। ਇਸ ਮਹਿਲ ਦਾ ਨਾਮ ਹੈ ਮੁਬਾਰਕ ਮੰਜ਼ਿਲ ਮਹਿਲ। ਇਹ ਹੈ ਮਹਿਲ ਦਾ ਅੰਦਰੂਨੀ ਹਿੱਸਾ। ਆਪ ਜੀ ਦੇਖੋ ਲੱਕੜ ਦੀ ਛੱਤ ਬਣਾਈ ਗਈ ਹੈ ਤੇ ਇਸ ਦੀਆਂ ਕੰਧਾਂ ਦੇ ਉੱਪਰ ਬਹੁਤ ਖੂਬਸੂਰਤ ਰੰਗ ਰੋਗਨ ਕੀਤਾ ਗਿਆ ਹੈ। ਇਸ ਤੋਂ ਅੱਗੇ ਥੋੜਾ ਹੋਰ ਚੱਲਦੇ ਹਾਂ। ਇਹ ਸਾਹਮਣੇ ਦੇਖੋ ਆਪ ਜੀ, ਇਹ ਪੁਰਾਣੇ ਸਮਿਆਂ ਦੇ ਵਿੱਚ ਅੱਗ ਸੇਕਣ ਦੇ ਲਈ ਇਦਾਂ ਦੀ ਜਗ੍ਹਾ ਬਣਾਈ ਜਾਂਦੀ ਸੀ ਘਰਾਂ ਦੇ ਵਿੱਚ। ਇਸ ਦਾ ਧੂਏ ਦਾ ਨਿਕਾਸ ਬਾਹਰ ਛੱਤ ਦੇ ਉੱਪਰ ਕੀਤਾ ਜਾਂਦਾ ਸੀ। ਇਹ ਜੋ ਡਾਊਨ ਸੀਲਿੰਗ ਆਪਾਂ ਅੱਜ ਕੱਲ ਦੇਖਦੇ ਹਾਂ, ਇਹ ਤਕਰੀਬਨ ਅੱਜ ਤੋਂ 100 ਸਾਲ ਪਹਿਲਾਂ ਦੀ ਹੋਈ ਹੈ। ਇਹ ਜੋ ਦੀਵਾਰਾਂ ਦੇ ਉੱਪਰ ਆਪ ਜੀ ਦੇਖ ਰਹੇ ਹੋ, ਇਹ POP ਦੇ ਨਾਲ ਬਣਾਈਆਂ ਗਈਆਂ ਸਨ ਉਸ ਸਮੇਂ ਦੇ ਵਿੱਚ। ਹੁਣ ਅਸੀਂ ਥੋੜਾ ਹੋਰ ਅੱਗੇ ਕਮਰੇ ਦੇ ਵਿੱਚ ਪਹੁੰਚੇ ਹਾਂ। ਆਪ ਜੀ ਦੇਖੋ ਬਹੁਤ ਹੀ ਖੂਬਸੂਰਤ ਅੰਦਰੋਂ ਕਮਰਾ ਬਣਿਆ ਹੋਇਆ ਹੈ। ਇਸ ਦੇ ਵਿੱਚ ਲੱਕੜੀ ਦਾ ਪ੍ਰਯੋਗ ਕੀਤਾ ਗਿਆ ਹੈ, ਇੱਟਾਂ ਚੂਨੇ ਦੀ ਚਣਾਈ ਦੇ ਨਾਲ ਕੀਤੀਆਂ ਗਈਆਂ ਹਨ ਤੇ ਇਸ ਦੀ ਛੱਤ ਦੇ ਉੱਪਰ ਵੀ ਆਪ ਜੀ ਦੇਖੋ ਇਹ ਜੋ ਡਾਊਨ ਸੀਲਿੰਗ ਹੈ ਇਹ POP ਦੀ ਕੀਤੀ ਗਈ ਹੈ। ਤੇ ਹੁਣ ਅਸੀਂ ਇਸ ਕਮਰੇ ਤੋਂ ਬਾਹਰ ਆ ਕੇ ਬੇਗਮ ਮੁਨੱਵਰ ਉਲ ਨਿਸਾ ਜੀ ਕੋਲ ਜਾਵਾਂਗੇ। ਇਹ ਹਨ ਇੱਥੋਂ ਦੇ ਮੌਜੂਦਾ ਬੇਗਮ ਮੁਨੱਵਰ ਉਲ ਨਿਸਾ ਜੀ। ਆਪ ਜੀ ਆਪਣੇ ਵੱਲੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕੋਈ ਵਿਚਾਰ ਪ੍ਰਗਟ ਕਰਨੇ ਚਾਹੁੰਦੇ ਹੋ तो कृपा करके आप जी जरूर साडे नाल साझे करो। हाँ, मेरी ख्वाहिश है कि मैं हरमंदिर साहब हाज़री लगवाने जाऊँ। ਮੁਹੰਮਦ ਮਹਿਮੂਦ ਜੀ, ਅਸੀਂ ਹੁਣ ਆਪ ਜੀ ਨੂੰ ਉਹਨਾਂ ਦੇ ਕੋਲ ਲੈ ਕੇ ਚੱਲਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵਿਸਥਾਰ ਸਹਿਤ ਆਪਾਂ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਵੰਸ਼ ਦੇ ਬਾਰੇ ਤੇ ਇਸ ਮਹਿਲ ਦੇ ਬਾਰੇ। ਮੇਰੇ ਨਾਲ ਮੌਜੂਦ ਹਨ ਮੁਹੰਮਦ ਮਹਿਮੂਦ ਜੀ ਜੋ ਕਿ ਬੇਗਮ ਸਾਹਿਬ ਦੇ ਪਰਸਨਲ ਅਸਿਸਟੈਂਟ ਹਨ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਸਲਾਮ ਵਾਲੇਕੁਮ ਜੀ। ਸੋ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਆਪ ਜੀ ਦਾ ਕਿ ਆਪ ਜੀ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ ਜੀ। ਤੇ ਅੱਛਾ, ਆਪ ਜੀ ਦਾ ਜਨਮ ਇਸੇ ਮਲੇਰਕੋਟਲਾ ਸ਼ਹਿਰ ਦਾ ਹੀ ਹੈ ਜਾਂ ਕਿਸੇ ਜੀ? ਜੀ, ਮੇਰਾ ਜਨਮ ਮਲੇਰਕੋਟਲੇ ਦੇ ਸ਼ਹਿਰ ਦਾ ਹੀ ਹੈ ਜੀ। ਕਿਹੜੇ ਸੰਨ ਦੇ ਵਿੱਚ ਆਪ ਜੀ ਦਾ ਜਨਮ ਹੋਇਆ ਸੀਗਾ? ਮੇਰਾ 1955 ਦੇ 1955 ਦੇ ਵਿੱਚ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਇੱਥੇ ਕਾਫੀ ਕੁਝ ਬਦਲ ਗਿਆ ਹੋਣਾ? ਬਹੁਤ ਕੁਝ ਬਦਲ ਗਿਆ। ਤੇ ਅੱਛਾ, ਬੇਗਮ ਸਾਹਿਬ ਦੇ ਨਾਲ ਜੁੜਿਆਂ ਨੂੰ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ? ਮੈਂ ਤਕਰੀਬਨ ਬਚਪਨ ਤੋਂ ਹੀ ਉਹਨਾਂ ਦੇ ਨਾਲ ਜੁੜਿਆ ਹੋਇਆ ਜੀ। ਤੇ ਜਦੋਂ ਨਵਾਬ ਸਾਹਿਬ ਦੀ 82 ਦੇ ਵਿੱਚ ਡੈਥ ਹੋਈ ਜੀ ਤੇ ਉਤਾਰ ਚੜਾ ਆਉਂਦੇ ਰਹਿੰਦੇ ਨੇ ਜੀ। ਤੇ ਬੇਗਮ ਸਾਹਿਬ ਦਾ ਜਦੋਂ ਜੋ ਆਪਣੇ ਹਸਬੈਂਡ ਦੇ ਨਾਲ ਨਵਾਬ ਇਫਤਖਾਰ ਅਲੀ ਖਾਨ ਦੇ ਦੌਰ ਦੇ ਵਿੱਚ ਜੋ ਚੜ੍ਹਤ ਸੀ ਜੀ, ਤੇ ਉਹਨਾਂ ਦੀ ਡੈਥ ਦੇ ਬਾਅਦ ਉਹ ਚੜ੍ਹਤ ਤੁਸੀਂ ਖੁਦ ਜਾਣਦੇ ਹੀ ਹੋ ਕਿ ਉਹ ਡਾਊਨ ਹੁੰਦੀ ਚਲੀ ਗਈ ਤੇ ਕਈ ਤਰ੍ਹਾਂ ਦੇ ਡਿਸਪਿਊਟ ਪੈਦਾ ਹੋ ਗਏ ਪ੍ਰੋਪਰਟੀ ਕਰਕੇ, ਕੁਝ ਹੋਰ ਮਤਲਬ ਇਸ ਤਰ੍ਹਾਂ ਦਾ ਚੱਲਦਾ ਰਿਹਾ ਤੇ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ। ਤੇ ਤੁਹਾਡੇ ਤੋਂ ਪਹਿਲਾਂ ਵੀ ਇਹ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਜੁੜੇ ਹੋਏ ਸੀ? ਸਾਡੇ ਬਜ਼ੁਰਗ ਇਹਨਾਂ ਦੇ ਨਾਲ ਲੜੀ ਚੱਲੇ ਆ ਰਹੇ ਹਨ ਸ਼ੁਰੂ ਤੋਂ ਹੀ, ਜਾਨੀ ਪੀੜ੍ਹੀ ਦਰ ਪੀੜ੍ਹੀ। ਜਿਵੇਂ ਆਪ ਜੀ ਦੇ ਬਜ਼ੁਰਗ ਸੀ ਫਿਰ ਉਹਨਾਂ ਦੇ ਬਜ਼ੁਰਗ ਸੀ, ਇੱਦਾਂ ਇਹਨਾਂ ਦੀ ਸੇਵਾਦਾਰੀ ਦੇ ਵਿੱਚ ਹੀ ਰਹੇ ਸੀ ਜ਼ਿਆਦਾ ਜੀ। ਅੱਛਾ ਮੁਹੰਮਦ ਸਾਹਿਬ ਜੀ, ਜਿੱਦਾਂ ਨੌਕਰੀ ਕਰਦੇ ਹੁੰਦੇ ਆ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਵਿਚਰ ਰਹੇ ਹੋ ਜਾਂ ਸੇਵਾ ਦੇ ਤੌਰ ਤੇ ਵਿਚਰ ਰਹੇ ਹੋ? ਮੈਂ ਸਿਰਫ ਉਹਨਾਂ ਦੀ ਸੇਵਾ ਦੇ ਤੌਰ ਤੇ ਉਹਨਾਂ ਦੇ ਨਾਲ
जुड़िया होया जी। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬਜ਼ੁਰਗਾਂ ਦੀ ਸੇਵਾ ਕਰਕੇ ਜੀ ਜੀ ਬਿਲਕੁਲ, ਕਿਉਂਕਿ ਅੱਜ ਉਹ ਬਿਲਕੁਲ ਇਕੱਲੇ ਨੇ, ਇਕੱਲੇ ਬਿਲਕੁਲ। ਉਹਨਾਂ ਦੇ ਨਾ ਤਾਂ ਔਲਾਦ ਹੈ ਜੀ, ਨਾ ਹੀ ਕੋਈ ਐਸਾ ਸੋਰਸਿਸ ਥਾ ਪਹਿਲਾਂ, ਹੁਣ ਤਾਂ ਚਲੋ ਜਿਸ ਤਰ੍ਹਾਂ ਦਾ ਵੀ ਹੈ ਮੈਂ ਅੱਗੇ ਦੱਸਦਾ ਤੁਹਾਨੂੰ ਜੀ। ਫਿਲਹਾਲ ਇਹਨਾਂ ਦਾ ਜਿਹੜਾ ਨਵਾਬ ਸਾਹਿਬ ਦੀ ਡੈਥ ਤੋਂ ਬਾਅਦ ਹਾਲਾਤ ਬਹੁਤ ਹੀ ਜ਼ਿਆਦਾ ਗੰਭੀਰ ਹੋ ਗਏ ਸੀ। ਅੱਛਾ ਜੀ। ਤੇ ਉਦੋਂ ਤੋਂ ਹੀ ਅਸੀਂ ਨਾਲ ਜੁੜੇ ਹੋਏ ਹਾਂ ਜੀ ਜੀ। ਤੇ ਇਹਨਾਂ ਦੇ ਫੈਮਿਲੀ ਡਿਸਪਿਊਟ ਵਗੈਰਾ ਪੈਦਾ ਹੋ ਗਏ, ਪ੍ਰਾਪਰਟੀ ਨੂੰ ਦੇਖਦੇ ਹੋਏ ਕੁਝ ਹੋਰ, ਇਹਨਾਂ ਨੂੰ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਜੀ ਜੀ ਜੀ। ਤੇ ਤੁਸੀਂ ਹਰ ਵੇਲੇ ਇਹਨਾਂ ਦੇ ਨਾਲ? ਮੈਂ ਹਰ ਵੇਲੇ, ਹਰ ਦੁੱਖ ਸੁੱਖ ਦੇ ਵਿੱਚ ਇਹਨਾਂ ਦੇ ਨਾਲ। ਇਹਨਾਂ ਦਾ ਕੋਰਟ ਕਚਹਿਰੀ ਦੇ ਕੰਮ ਵੀ ਮੈਂ ਹੀ ਦੇਖਦਾ। ਜੀ ਜੀ। ਤੇ ਇਸ ਤੋਂ ਇਲਾਵਾ ਵੈਸੇ ਹੋਰ ਕੰਮ ਵੀ, ਜਿਸ ਤਰ੍ਹਾਂ ਦਾ ਸੇਵਾਦਾਰੀ ਦੇ ਜੋ ਵੀ ਛੋਟੇ ਬੜੇ ਕੰਮ ਹੈ ਉਹ ਵੀ ਮੈਂ ਹੀ ਦੇਖਦਾ ਆ ਰਿਹਾ। ਆਪ ਨੂੰ ਬੜੀ हल्कापन महसूस होता है बुजुर्गों की सेवा करके। ये बचपन से मेरे पास रहे हैं, मेरी देखभाल करते हैं और बहुत अच्छे आदमी है। मैंने सब काम अपना इनको सौंप रखा है। तो ये बेगम साहब जिन्हों की हुण आप जी खिदमत करते हो या नाल रहने हो, है ना, सेवा करते हो, तो इन्हां दा पिछोकड़ कित्थों दा, कुछ इन्हां बारे आप जी जान? इन्हां दा जिहड़ा बेगम साहब दा पिछोकड़ है जी, ये भी एक रियासत दी बेटी रहे न राजस्थान दे विच जी। अपने एक रियासत है टोंक। अच्छा जी। इन्हां दे फादर उत्थे दे नवाब थे जी। ते फिर उस तो बाद इन्हां दे ब्रदर, इन्हां तो छोटे ब्रदर उत्थे दे नवाब होए। अच्छा। इन्हां दी साजिश 1948 ਦੇ ਵਿੱਚ ਇਹ ਮਲੇਰਕੋਟਲੇ ਨਵਾਬ ਇਫਤਖਾਰ ਅਲੀ ਖਾਨ ਨਾਲ ਹੋਈ ਜੀ। ਤੇ ਉਦੋਂ ਤੋਂ ਹੀ ਇਹ ਮਲੇਰਕੋਟਲੇ ਦੇ ਵਿੱਚ ਰਹਿੰਦੇ ਆ ਰਹੇ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਤੁਸੀਂ ਦੇਖੋ ਕਿ ਬਿਨਾਂ ਕਿਸੇ ਜ਼ਰੂਰਤ ਤੋਂ, ਬਿਨਾਂ ਕਿਸੇ ਲਾਲਚ ਤੋਂ ਆਪਣਾ कीमती समा कढ़ के उन्होंने सेवा करनी, देखभाल करनी, एक बहुत बड़ी गल होंदी है। जो इन्होंने इन्नी देखभाल की, सेवा की, अपने माता समझ के सेवा की, है ना। जिस तरह इन्होंने दसिया कि इन्हों के बजुर्ग भी इस राज घराने के नाल, नवाबी खानदान के नाल जुड़े आ रहे थे, उस तरह ये भी नाल जुड़े हुए हैं। एक पुत अपने माता पिता की सेवा कर रहा या करता है, मुहम्मद जी ने उस तरीके के नाल ਇਹ ਬੇਗਮ ਸਾਹਿਬ ਦੀ ਸੇਵਾ ਕੀਤੀ ਹੈ। ਇਹ ਇੱਕ ਸਭ ਤੋਂ ਵੱਡੀ ਗੱਲ ਹੈ। ਅੱਛਾ ਜੀ ਮੁਹੰਮਦ ਸਾਹਿਬ, ਸਾਨੂੰ ਹੁਣ ਤੁਸੀਂ ਨਾ ਮਲੇਰਕੋਟਲਾ ਜੋ ਰਿਆਸਤ ਆ ਇਹਦੇ ਬਾਰੇ ਪਿੱਛੇ ਤੋਂ ਜੋ ਵਿਸਥਾਰਪੂਰਵਕ ਜਾਣਕਾਰੀ ਆਪ ਜੀ ਨੂੰ ਪ੍ਰਾਪਤ ਹੈ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਇਹ ਜਿਹੜੀ ਮਲੇਰਕੋਟਲਾ ਰਿਆਸਤ ਹੈ ਇਹ 600 ਸਾਲ ਪੁਰਾਣੀ ਰਿਆਸਤ ਹੈ ਜੀ। ਤੇ ਇਹ ਇਹਨਾਂ ਦਾ ਪਿਛੋਕੜ ਜਿਹੜਾ ਹੈ, ਇਹਨਾਂ ਨੇ ਅਫਗਾਨਿਸਤਾਨ ਤੋਂ ਆਏ ਸੀ ਇਹ ਜੀ, ਤੇ ਆ ਕੇ ਇੱਥੇ बागडोर इत्थे दी मलेरकोटले दी संभाली। जद तो भी मतलब सिलसिला ये चलता रहा, रियासत कायम हुई जी। तो रियासत का मतलब अज के दौर दे विच देखा जाए तो इनू 600 साल के लगभग हो चुके जब तो मलेरकोटला मतलब होंद दे विच आया जी। तो इत्थे बहलोल लोधी, हाँ जी, बहलोल लोधी अपनी फौजां लेके ओह दिल्ली फतेह करन जा रहा सी। ते दिल्ली फतेह करन तो बाद जदों उन्होंने देखा भी मैं दिल्ली फतेह करन जा रहा है, तो रस्ते दे विच रात हुई, तो मलेरकोटले दे विच एंटर होए, तो इत्थे एक दरिया चलदा हुंदा सी, ते उत्थे उन्होंने आके अपना पड़ाव ला लिया। अच्छा जी। अपना मतलब फौजां ने टेंट वगैरह हो जो भी अज स्टे इत्थे कीती जाऊगी, रात इत्थे, हाँ, तो सवेरे कूच करांगे जी जी जी। तो उस दौरान जदों उन्होंने अपना आके उत्थे पड़ाव लाया, तो तूफान उठिया, तूफान दे विच तो सारा तितर बितर हो गया, जो भी था उन्होंने सामान बिखर गया। हाँ जी, हाँ जी। बिखरन तो बाद उन्होंने देखा कि एक दूर उन्होंने एक कुल्ली नज़र आई। अच्छा जी। तो कुल्ली नज़र आई, जो उन्होंने जाके देखा तो कुल्ली दे विच एक जोत जल रही है, एक बजुर्ग बैठे ने जी। तो मिलन तो बाद जो उन्होंने देखा कि बाकी कोई हस्ती है बुजुर्ग ने, तो उन्होंने कहा बाबा जी साढ़े वास्ते तुसीं दुआ कर दो कि असीं दिल्ली फतेह करन जा रहे हैं जी, कि साडी फतेह होवे जी। तो उन्होंने कहा ठीक है भाई जाओ, थोड़ी फतेह होएगी जी। तो दिल्ली गए, चढ़ाई की, तो दिल्ली फतेह करन तो बाद वापस होए, हाँ जी, आके बाबा जी ने मिले कि असी दिल्ली फतेह कर ली जी। ठीक है कि बाबा जी थोड़े साढ़े वास्ते दुआ की, तो दिल्ली फतेह हुई जी। फतेह होने तो बाद असी एक चीज़ थोनू देना चाहते हैं जी। वो कहते भी मैनू तो किसी चीज़ की जरूर, मैंने की लेना हाँ जी इन्हां चीज़ों तो कि नहीं, तुसी सानू जुबान दो। अच्छा। हाँ करो हाँ। कि एक्सेप्ट करोगे तुसी सानू। अच्छा। हाँ
ਤੇ ਉਹਨਾਂ ਨੇ ਜਦੋਂ ਕਿਹਾ ਕਿ ਚਲੋ ਜ਼ਿਆਦਾ ਹੀ ਮਗਰ ਪਏ ਤੇ ਉਹਨਾਂ ਨੇ ਕਿਹਾ ਠੀਕ ਹੈ ਵੀ ਮੈਂ ਤੁਹਾਨੂੰ ਵਚਨ ਦਿੰਦਾ, ਜ਼ੁਬਾਨ ਦਿੰਦਾ ਜੀ, ਜੋ ਤੁਸੀਂ ਕਹੋਗੇ ਮੈਂ ਤੁਹਾਡੀ ਗੱਲ ਮੰਨ ਲੂੰਗਾ ਜੀ ਜੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਤੁਹਾਨੂੰ ਕਰਨਾ ਚਾਹੁੰਦਾ। ਨੇ ਮਹਿਲੋਂ ਲੋਧੀ ਨੇ ਬਾਬਾ ਜੀ ਨੂੰ ਕਿਹਾ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਤੁਹਾਨੂੰ ਕਰਨਾ। ਉਹਨੇ ਕਿਹਾ ਵੀ ਮੈਂ ਤਾਂ ਇੱਕ ਫੁਰਕਟ ਟਾਈਮ ਬੰਦਾ ਹੈ ਤੇ ਮੇਰੇ ਕੋਲ ਤਾਂ ਕੁੱਲੀ ਹੈ, 4 ਬਰਤਨ ਹੈ ਤੇ ਮੈਂ ਤਾਂ ਆਪਣੀ ਤਾਂ ਲੈਣੇ ਕੁਝ ਹੋਰ ਹੈ। ਤੁਹਾਨੂੰ ਜ਼ੁਬਾਨ ਦਿੱਤੀ ਹੈ ਜੀ ਜੀ, ਹੁਣ ਤੁਸੀਂ ਦੇਖੋ ਕਰਨਾ ਪੈਣਾ ਤੁਹਾਨੂੰ। ਹਾਂਜੀ ਹਾਂ। ਉਹ ਕਹਿੰਦੇ ਠੀਕ ਹੈ ਵੀ ਮੇਰੇ ਕੋਲ ਸਾਹਮਣੇ ਸਾਰਾ ਕੁਝ ਹੈ। ਉਹ ਕਹਿੰਦੇ ਇਹ ਸਾਡਾ ਕੰਮ ਹੈ। ਉਹਨਾਂ ਨੇ ਫਿਰ ਆਪਣੀ ਬੇਟੀ ਦਾ ਰਿਸ਼ਤਾ ਉਹਨਾਂ ਨੂੰ ਕਰ ਦਿੱਤਾ ਤੇ ਰਿਸ਼ਤੇ ਤੋਂ ਬਾਅਦ ਜਦੋਂ ਉਹਨਾਂ ਨੇ ਫਿਰ ਉਹ ਬੇਟੀ ਦੀ ਮਤਲਬ ਦਹੇਜ ਦੇ ਵਿੱਚ ਸਮਝ ਲਓ ਜਾਂ ਵੈਸੇ ਸਮਝ ਲਓ, ਉਹਨਾਂ ਨੇ ਇਹ ਜ਼ਮੀਨ ਰੋਪੜ ਤੋਂ ਲੈ ਕੇ ਸਾਰਾ ਏਰੀਆ ਬੇਟੀ ਦੀ ਉਹਦੇ ਵਿੱਚ ਦੇ ਦਿੱਤਾ ਬਾਬਾ ਜੀ ਨੂੰ। ਅੱਛਾ, ਰੋਪੜ ਤੋਂ ਲੈ ਕੇ ਰੋਪੜ ਤੋਂ ਇਹ ਏਰੀਆ ਮਲੇਰਕੋਟਲਾ, ਯਾਨੀ ਮਲੇਰਕੋਟਲਾ ਰਿਆਸਤ ਆ ਜਿਹੜੀ ਰੋਪੜ ਤੱਕ ਜਾਂਦੀ ਸੀ। ਰੋਪੜ ਤੱਕ ਜਾਂਦੀ ਰਿਆਸਤ ਮਲੇਰਕੋਟਲਾ। ਵਾਹ ਜੀ ਵਾਹ, ਕੀ ਬਾਤ ਹੈ। ਤੇ ਉਸ ਤੋਂ ਇਲਾਵਾ ਇੱਧਰ ਵੀ ਹੋਰ ਬਹੁਤ ਕਾਫੀ ਏਰੀਆ ਸੀ। ਇਹਨਾਂ ਉਸ ਪੁਰਾਣੇ ਟਾਈਮ ਦਾ ਕੁਝ ਉਹ ਹੈ ਨਹੀਂ। ਤੇ ਉਹਦੇ ਵਿੱਚ ਚਲੋ ਬਾਬਾ ਜੀ ਦੇ 2 ਬੇਟੇ ਹੋਏ ਜੀ ਜੀ। ਤੇ ਬੇਟੇ ਦੇ ਵਿੱਚੋਂ ਇੱਕ ਦੇ ਵਿੱਚ ਤਾਂ ਫਕੀਰੀ ਆ ਗਈ, ਇੱਕ ਦੇ ਵਿੱਚ ਆਪਣੇ ਜੋ ਵੀ ਸੀ ਰਾਜ ਭਾਗ ਸੰਭਾਲਣਾ, ਸੰਸਾਰੀ ਕੰਮ ਕਰਨੇ ਜੀ ਜੀ। ਅੱਛਾ, ਉੱਥੋਂ ਇਹਨਾਂ ਦਾ ਵੰਸ਼ ਚੱਲਿਆ ਮਲੇਰਕੋਟਲੇ ਦਾ। ਅੱਛਾ, ਹੋਰ ਆਪ ਜੀ ਕੀ ਜਾਣਦੇ ਹੋ ਇਸ ਰਿਆਸਤ ਦੇ ਬਾਰੇ? ਇਹ ਰਿਆਸਤ ਦੇ ਬਾਰੇ ਮੈਂ ਇਹੀ ਦੱਸਣਾ ਹੈ, ਜਦੋਂ ਇਹ ਸ਼ੁਰੂਆਤ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸ਼ੁਰੂਆਤ ਇਹਦੀ ਕਿੱਥੋਂ ਹੋਈ, ਮਲੇਰਕੋਟਲੇ ਦੀ ਜੀ ਜੀ। ਤੇ ਪਹਿਲੇ ਨਵਾਬ ਇੱਥੇ ਦੇ ਤਕਰੀਬਨ 23 ਨਵਾਬ ਹੋਏ ਨੇ। ਅੱਛਾ ਜੀ। ਮਲੇਰਕੋਟਲੇ ਦੇ ਰਿਆਸਤ ਦੇ 23 ਨਵਾਬ ਹੋਏ ਨੇ ਜੀ। ਤੇ ਜਦੋਂ ਪਹਿਲਾ ਨਵਾਬ ਜਿਹੜੇ ਪਹਿਲੇ ਨਵਾਬ ਸੀ ਉਹਨਾਂ ਦਾ ਨਾਮ ਸੀ ਵਾਜਿਦ ਅਲੀ ਖਾਂ। ਵਾਜਿਦ ਅਲੀ ਖਾਂ ਜੀ। 1604 ਤੋਂ ਲੈ ਕੇ 1659 ਤੱਕ ਉਹਨਾਂ ਦੀ ਹਕੂਮਤ ਰਹੀ ਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਇਹ ਨਵਾਬੀ ਚੱਲਦੀ ਹੈ। ਵਾਜਿਦ ਅਲੀ ਖਾਨ ਤੋਂ ਨਵਾਬੀ ਸ਼ੁਰੂ ਹੋਈ। ਅੱਛਾ, ਵਾਜਿਦ ਅਲੀ ਖਾਨ ਤੋਂ ਬਾਅਦ ਜੋ ਅਗਲੇ ਨਵਾਬ ਸਾਹਿਬ ਸੀ ਉਹ ਕੌਣ ਸੀ? ਕੁਛ ਹੈ ਆਪ ਜੀ ਨੂੰ ਉਹਨਾਂ ਬਾਰੇ ਜਾਣਕਾਰੀ? ਜਿਹੜੇ ਉਹਨਾਂ ਤੋਂ ਬਾਅਦ ਫਿਰੋਜ਼ ਖਾਂ ਹੋਏ ਨਵਾਬ। ਹਾਂਜੀ। ਤੇ ਫਿਰ ਉਸ ਤੋਂ ਬਾਅਦ ਜਿਹੜੇ ਨਵਾਬ ਹੋਏ ਨਵਾਬ ਸ਼ੇਰ ਮੁਹੰਮਦ ਖਾਂ ਜੀ, ਜਿਨ੍ਹਾਂ ਨੇ ਹਾਦਾ ਨਾਰਾ ਮਾਰਿਆ ਸੀ। ਤੇ ਉਹਨਾਂ ਦਾ ਜਿਹੜਾ ਪੀਰੀਅਡ ਸੀ 1712 ਦਾ ਉਹਨਾਂ ਦਾ ਲਾਸਟ ਜੀ। ਤੇ ਜਦੋਂ ਗੁਰੂ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਨਵਾਇਆ ਜਾ ਰਿਹਾ ਸੀ ਜੀ ਜੀ, ਤਾਂ ਨਵਾਬ ਸ਼ੇਰ ਮੁਹੰਮਦ ਖਾਂ ਨੇ ਭਰੀ ਕਚਹਿਰੀ ਦੇ ਵਿੱਚ ਰੋਸ ਪ੍ਰਗਟ ਕੀਤਾ। ਹਾਂਜੀ। ਬੱਚਿਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਭਾਵੇਂ ਉਹ ਕਾਮਯਾਬ ਨਹੀਂ ਹੋ ਸਕੇ ਥੇ, ਮਗਰ ਉਹ ਨਾਰਾਜ਼ ਹੋ ਕੇ ਉਦੋਂ ਨਿਕਲ ਆਏ ਸੀ। ਜਿਹੜੇ ਉਹਨਾਂ ਦੇ ਹਾ ਦਾ ਨਾਰਾ ਨਾਮ ਦਿੱਤਾ ਗਿਆ ਤੇ ਉਹਨਾਂ ਨੂੰ ਅੱਜ ਤੱਕ ਹਾ ਦੇ ਨਾਰੇ ਦੇ ਨਾਮ ਤੇ ਜਾਣਿਆ ਜਾ ਰਿਹਾ ਹੈ। ਭਾਵੇਂ ਕਿ ਦੂਜਿਆਂ ਦੇ ਦਿਲਾਂ ਵਿੱਚ ਇਸ ਗੱਲ ਦਾ ਰੋਸ ਵੀ ਪੈਦਾ ਹੋ ਗਿਆ ਹੋਣਾ ਵਾ ਵੀ ਇਹ ਕਿਉਂ ਇਦਾਂ ਕਰ ਰਿਹਾ, ਪਰ ਫਿਰ ਵੀ ਉਹਨਾਂ ਨੇ ਆਪਣੀ ਦਰਿਆ ਦਿਲੀ ਜਾਂ ਰਹਿਮ ਦਿਲੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਕ ਫਕੀਰ ਦੀ ਵੰਸ਼ ਦੇ ਵਿੱਚੋਂ ਚੱਲੇ ਆ ਰਿਹਾ, ਤਾਂ ਕਿਤੇ ਨਾ ਕਿਤੇ ਉਹ ਧਾਰਮਿਕ ਖਿਆਲਾਂ ਦੇ ਫਕੀਰੀ ਖਿਆਲਾਂ ਦੇ ਵੀ ਬਿਲਕੁਲ ਸਹੀ। ਸੋ ਇਸ ਕਰਕੇ ਉਹਨਾਂ ਨੇ ਇਹ ਹਾ ਦਾ ਨਾਰਾ ਠੀਕ। ਅੱਛਾ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਨਿਸ਼ਾਨੀਆਂ ਬਖਸ਼ਿਸ਼ ਕੀਤੀਆਂ, ਉਹ ਫਿਰ ਉਹਨਾਂ ਦੇ ਅੱਗੇ ਵੰਸ਼ਜ ਕੋਲ ਚੱਲੀਆਂ ਆ ਰਹੀਆਂ ਕੁਛ, ਇਸ ਚੀਜ਼ ਬਾਰੇ ਆਪ ਜੀ ਨੂੰ ਕੋਈ ਜਾਣਕਾਰੀ ਹੈ? ਤੇ ਜਦੋਂ ਗੁਰੂ ਜੀ ਮਹਾਰਾਜ ਨੇ ਪੁੱਛਿਆ ਕਿ ਮੇਰੇ ਬੱਚਿਆਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਬੱਚੇ ਸ਼ਹੀਦ ਹੋ ਚੁੱਕੇ। ਹਾਂਜੀ। ਉਹਨਾਂ ਨੇ ਪੁੱਛਿਆ ਕਿ ਇੰਨੇ ਰਾਜਾ ਮਹਾਰਾਜੇ ਜਾਂ ਕੋਈ ਹੋਰ ਵੀ ਥੇ ਕਿ ਮੇਰੇ ਬੱਚਿਆਂ ਦੇ ਹੱਕ ਦੇ ਵਿੱਚ ਕਿਸੇ ਨੇ ਵੀ ਆਵਾਜ਼ ਬੁਲੰਦ ਨਹੀਂ ਕੀਤੀ ਜੀ? ਉਹ ਕਹਿੰਦੇ ਜੀ ਕੀਤੀ। ਇੱਕ ਨਵਾਬ ਸ਼ੇਰ ਮੁਹੰਮਦ ਖਾਂ ਹੋਏ ਮਲੇਰਕੋਟਲੇ ਵਾਲੇ, ਜਿਨ੍ਹਾਂ ਨੇ ਬਹੁਤ ਮਤਲਬ ਰੋਸ ਪ੍ਰਗਟ ਕੀਤਾ, ਜਾ ਕੇ ਭਰੀ ਕਚਹਿਰੀ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜੀ ਜੀ। ਤੇ ਉੱਥੋਂ ਫਿਰ ਉਹ ਆਪਣੇ ਨਾਰਾਜ਼ ਹੋ ਕੇ ਵਾਪਸ ਉੱਥੋਂ ਨਿਕਲਿਆ, ਹੋਰ ਕੋਈ ਨਹੀਂ ਬੋਲਿਆ ਜੀ। ਤੇ ਗੁਰੂ ਜੀ ਮਹਾਰਾਜ ਨੇ ਉਦੋਂ ਉਹਨਾਂ ਨੂੰ ਇੱਕ ਸੀਰੀ ਸਾਹਿਬ ਬਖਸ਼ਿਸ਼ ਕੀਤੀ ਮਲੇਰਕੋਟਲੇ ਨੂੰ, ਨਵਾਬ ਸ਼ੇਰ ਮੁਹੰਮਦ ਖਾਂ ਨੂੰ ਰਾਏਕੋਟ ਤੋਂ ਭੇਜੀ, ਜਿਹੜੀ ਕਿ ਅੱਜ ਵੀ ਬੇਗਮ ਸਾਹਿਬ ਜਿਹੜੀ ਕਿ ਨਵਾਬ ਸ਼ੇਰ ਮੁਹੰਮਦ ਖਾਂ ਤੋਂ ਲੈ ਕੇ 8ਵੀਂ ਪੀੜ੍ਹੀ ਜੀ ਕਹੀ ਜਾ ਸਕਦੀ ਹੈ, ਉਹਨਾਂ ਦੇ ਪਾਸ ਮੌਜੂਦ ਹੈ। ਤੇ ਉਹ ਲੈਟਰ ਜਿਹੜਾ ਉਹਨਾਂ ਨੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਜੀ ਜੀ ਕਿ ਬੱਚਿਆਂ ਤੇ ਐਡਾ ਵੱਡਾ ਜ਼ੁਲਮ ਇਹ ਇਸਲਾਮ ਧਰਮ ਇਜਾਜ਼ਤ ਨਹੀਂ ਦਿੰਦਾ, ਇਹਨਾਂ ਨੂੰ ਮਾਫ ਕੀਤਾ ਜਾਵੇ ਜਾਂ ਇਹਨਾਂ ਦੀ ਸਜ਼ਾ ਮਾਫ ਕੀਤੀ ਜਾਵੇ। ਇਹ ਕੋਈ ਉਹ ਨਹੀਂ ਹੈ, ਇਸਲਾਮ ਨਹੀਂ ਇਹ ਸਿਖਾਉਂਦਾ ਕਿ ਐਡਾ ਵੱਡਾ ਜ਼ੁਲਮ ਅੱਜ ਤੱਕ ਦੁਨੀਆ ਨਹੀਂ ਹੋਇਆ ਤੇ ਜਿਉਂਦੀਆਂ ਜਾਨਾਂ ਮਾਸੂਮ ਜਾਨਾਂ ਨੂੰ ਨੀਹਾਂ ਦੇ ਵਿੱਚ ਚਨਵਾਇਆ ਜਾਵੇ। ਉਹ ਲੈਟਰ ਵੀ ਅੱਜ ਮੌਜੂਦ ਹੈ। ਸੋਚ ਰਹੇ ਹਾਂ ਕਿ
एक जगह पवित्र बना के अच्छी तरह वही पैलेस दे विच इस नूं सुशोभित कीता जावे ते आने वालियां संगतां ਇਹਦੇ ਦਰਸ਼ਨ ਕਰ ਸਕਣ ਗੁਰੂ ਜੀ ਮਹਾਰਾਜ ਦੀ ਬਖਸ਼ੀ ਹੋਈ ਨਿਸ਼ਾਨੀ ਦੇ। ਜਿਹੜੇ ਇੱਥੋਂ ਦੇ ਆਖਰੀ ਨਵਾਬ ਸੀ ਉਹ ਤੁਸੀਂ ਦੇਖਿਆ ਉਹਨਾਂ ਨੂੰ? ਹਾਂਜੀ, ਮੈਂ ਉਹਨਾਂ ਦੇ ਨਾਲ ਕਾਫੀ ਟਾਈਮ ਰਿਹਾ ਜੀ। ਉਹਨਾਂ ਦੀ ਡੈਥ 1982 ਦੇ ਵਿੱਚ ਹੋਈ ਸੀ। ਅੱਛਾ ਜੀ। ਹਾਂਜੀ। ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਜਦੋਂ ਉਹਨਾਂ ਦੀ ਡੈਥ ਹੋਈ? ਉਦੋਂ ਮੇਰੀ ਉਮਰ ਤਕਰੀਬਨ ਇਹਦੇ ਬਾਰੇ ਮੈਂ ਕਨਫਰਮ ਤਾਂ ਨਹੀਂ ਦੱਸ ਸਕਦਾ ਵੀ ਮੈਂ ਕਾਲਜ ਦੇ ਵਿੱਚ ਸੀ। ਅੱਛਾ, ਮਤਲਬ ਤੁਸੀਂ ਉਦੋਂ ਕਾਲਜ ਲਾਈਫ ਦੇ ਵਿੱਚ? ਜੀ, ਕਾਲਜ ਲਾਈਫ ਸੀ ਮੇਰੀ। ਜੀ ਜੀ। ਤੇ ਮੇਰਾ ਆਣਾ ਜਾਣਾ ਥਾ ਇਹਨਾਂ ਦਾ। ਨਵਾਬ ਸਾਹਿਬ ਸ਼ਿਕਾਰ ਦੇ ਸ਼ੌਕੀਨ ਥੇ। ਜੀ ਜੀ ਜੀ। ਸ਼ਿਕਾਰ ਦੇ ਵਿੱਚ ਵੀ ਜਾਂਦੇ ਸੀ, ਮਤਲਬ ਉਸ ਤੋਂ ਜਿਸ ਤਰ੍ਹਾਂ ਮੈਂ ਪਹਿਲਾਂ ਆਪਣਾ ਅੱਛਾ, ਉਹਨਾਂ ਦਾ ਜਿਹੜਾ ਜੀਵਨ ਸੀ ਉਹਦੇ ਬਾਰੇ ਦੱਸ ਸਕਦੇ ਵੀ ਕਿਵੇਂ ਕਿਸ ਤਰ੍ਹਾਂ ਦਾ ਜੀਵਨ? ਉਹਨਾਂ ਦਾ ਜਿਹੜਾ ਜੀਵਨ ਸੀ ਬਿਲਕੁਲ ਸਾਦਾ, ਸਿੰਪਲ। ਅੱਛਾ ਜੀ। ਸਿੰਪਲ ਕੱਪੜੇ ਪਹਿਨਣੇ, ਵਾਈਟ, ਤੇ ਆਪਣੇ ਮਸਤ ਰਹਿਣਾ, ਕੋਈ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਜਾਂ ਕੁਝ ਹੋਰ ਨਹੀਂ। ਅੱਛਾ ਜੀ, ਠੀਕ। ਗੱਡੀਆਂ ਦੀਆਂ ਸ਼ਾਨੋ ਸ਼ੌਕਤ ਉਹੀ ਹਰ ਤਰ੍ਹਾਂ ਦੀ ਸੀ। ਠੀਕ ਹੈ। ਤੇ ਮਗਰ ਜਿਹੜਾ ਇਹਨਾਂ ਦੀ ਜ਼ਿੰਦਗੀ ਜਿਸ ਤਰ੍ਹਾਂ ਗੁਜ਼ਾਰੀ ਹੈ, ਜੀਵਨ ਗੁਜ਼ਾਰਿਆ, ਤੇ ਉਹ ਬਹੁਤ ਹੀ ਸਧਾਰਨ ਸੀ। ਸਧਾਰਨ? ਹਾਂਜੀ ਜੀ। ਤੇ ਇੱਕ ਇਸ ਤਰ੍ਹਾਂ ਥਾ ਕਿ ਇਹਨਾਂ ਦੇ ਵਿੱਚ ਭੇਦਭਾਵ ਨਹੀਂ ਸੀ। ਅੱਛਾ ਜੀ। ਇਹ ਜਿਹੜਾ ਮੈਨੂੰ ਦੇਖਣ ਨੂੰ ਮਿਲਿਆ ਤੇ ਤੁਹਾਨੇ ਵੀ ਸੁਣਿਆ ਹੋਊਗਾ, ਮਲੇਰਕੋਟਲੇ 'ਚ ਇੱਕ ਚੀਜ਼ ਖਾਸੀਅਤ ਹੈ ਕਿ ਮਲੇਰਕੋਟਲੇ ਦੇ ਵਿੱਚ ਭਾਈਚਾਰਾ ਅੱਜ ਵੀ ਕਾਇਮ ਹੈ। ਉਹ ਰਿਆਸਤ ਦੇ ਟਾਈਮ ਤੋਂ ਵੀ ਚੱਲਿਆ ਆ ਰਿਹਾ, ਕਿਉਂਕਿ ਨਵਾਬ ਸਾਹਿਬ ਦੇ ਜਿਹੜੇ ਇੰਪਲਾਈਜ਼ ਥੇ ਉਹਦੇ ਵਿੱਚ ਹਿੰਦੂ ਵੀ ਥੇ, ਮੁਸਲਮਾਨ ਵੀ ਥੇ, ਉਹ ਤਾਂ ਹੋਣੇ ਹੀ ਹੈ। ਤੇ ਆਪਣੇ ਜਿਹੜੇ ਵਜ਼ੀਰ ਥੇ ਉਹ ਸਰਦਾਰ ਥੇ, ਸਿੰਘ ਫੈਮਿਲੀ ਨੂੰ ਬਿਲੋਂਗ ਕਰਦੇ ਥੇ, ਜਿਨ੍ਹਾਂ ਦੇ ਵਿੱਚ ਨਾਂ ਆਉਂਦਾ ਹੈ ਆਪਣੇ ਸੁਰਜਨ ਸਿੰਘ ਨੱਥੂ ਮਾਜਰੇ ਤੋਂ ਥੇ। ਇਹ ਵਜ਼ੀਰ थे। हाँ जी। अच्छा जी। ਤੇ ਇਹ ਦੂਸਰੇ ਵਜ਼ੀਰ थे ਬਲਵੰਤ ਸਿੰਘ। ਅੱਛਾ ਜੀ। ਬੜੇ ਨਵਾਬ ਸਾਹਿਬ ਅਹਿਮਦ ਅਲੀ ਖਾਨ ਦੇ ਇਹ ਦੋਨੇ ਵਜ਼ੀਰ थे। ਅੱਛਾ ਜੀ। ਹਾਂਜੀ। ਮਤਲਬ ਇਹ ਇੰਨਾ ਜ਼ਿਆਦਾ ਉਹਨਾਂ ਦਾ ਸਾਰਿਆਂ ਦੇ ਨਾਲ ਪਿਆਰ ਸੀ। ਵਾਹ ਜੀ ਵਾਹ। ਤੇ ਮਲੇਰਕੋਟਲੇ 'ਚ ਅੱਜ ਵੀ ਇਹੀ ਚੀਜ਼ ਮਸ਼ਹੂਰ ਹੈ ਕਿ ਆਪਸੀ ਭਾਈਚਾਰਾ ਬਹੁਤ ਕਾਇਮ ਹੈ। ਬਿਲਕੁਲ। ਇਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਇੱਕ ਫੈਮਿਲੀ ਵਾਂਗੂ ਰਹਿੰਦੇ ਆ ਰਹੇ ਹਨ, ਜਿਸ ਤਰ੍ਹਾਂ ਕਿ ਇੱਕ ਫੈਮਿਲੀ ਦੇ ਮੈਂਬਰ ਹੋਣ, ਜਿਵੇਂ ਪਹਿਲਾਂ ਲੋਕ ਰਹਿੰਦੇ ਸੀ। ਜੀ ਜੀ। ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਫਰਕ ਨਹੀਂ ਹੈ। ਤੇ ਇਸ ਦੇ ਵਿੱਚ ਤੁਹਾਨੂੰ ਇੱਕ ਚੀਜ਼ ਮੈਂ ਹੋਰ ਦੱਸ ਦੇਣਾ ਚਾਹੁੰਦਾ ਹਾਂ। ਹਾਂਜੀ। ਕਿ ਇਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਫਾਦਰ ਸੀ, ਜਦੋਂ ਸੰਨ 47 ਹੋਇਆ ਤੇ ਗਦਰ ਹੋਇਆ, ਲੋਕ ਹਲਚਲ ਹੋਈ, ਨੁਕਸਾਨ ਹੋਈਆਂ ਫੈਮਲੀਆਂ ਦਾ। ਤੇ ਕੋਈ ਕਿਤੇ ਰੁਲ ਗਿਆ, ਕੋਈ ਕਿਤੇ ਰੁਲ ਗਿਆ, ਕੁਛ ਉਧਰ 'ਚ ਪਾਕਿਸਤਾਨ ਚਲੇ ਗਏ। ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਤੋਂ ਕੁਛ ਬੰਦੇ ਇੱਧਰ ਆਏ। ਤੇ ਜਦੋਂ ਸੰਨ 47 ਦੇ ਵਿੱਚ 250 ਪਰਿਵਾਰ ਸਿੰਧ ਤੋਂ, ਪਾਕਿਸਤਾਨ ਦਾ ਏਰੀਆ ਜਿਹੜਾ ਇਲਾਕਾ ਸਿੰਧ, ਉਹ ਇੱਥੇ ਮਲੇਰਕੋਟਲੇ ਦੇ ਵਿੱਚ ਐਂਟਰ ਹੋਇਆ। ਕੁਛ ਉਹਨਾਂ ਦੇ ਵਿੱਚੋਂ ਬੰਬੇ ਸ਼ਿਫਟ ਹੋ ਗਏ। ਕੁਛ ਜਦੋਂ ਇੱਥੇ ਮਲੇਰਕੋਟਲੇ ਆਏ ਤਾਂ ਅਹਿਮਦ ਅਲੀ ਖਾਨ ਨੇ, ਆਪਣੇ ਬੜੇ ਨਵਾਬ ਸਾਹਿਬ ਅਹਿਮਦ ਅਲੀ ਖਾਨ, ਉਹਨਾਂ ਨੇ ਆਪਣੇ ਮਹਿਲਾਂ ਦੀਆਂ ਚਾਬੀਆਂ ਉਹਨਾਂ ਨੂੰ ਪਕੜਾ ਦਿੱਤੀਆਂ ਕਿ ਇਹ ਲਓ, ਤੁਸੀਂ ਇੱਥੇ ਰਹੋ। ਅੱਛਾ ਜੀ। ਤੇ ਜਿਹਦੇ ਵਿੱਚ ਅੱਜ ਦੇਖਣ ਨੂੰ ਮਿਲਦਾ ਸਾਡਾ ਗੁਰਦੁਆਰਾ ਨਾਨਕ ਦਰਬਾਰ, ਉਹ ਨਵਾਬ ਅਹਿਮਦ ਅਲੀ ਖਾਨ ਦੀ ਦੇਣ ਹੈ। ਮਹਿਲ ਦੇ, ਉਹਨਾਂ ਦਾ ਮਹਿਲ ਸੀ। ਉਹਨਾਂ ਦਾ ਮਹਿਲ ਸੀ। ਉਹਨਾਂ ਨੇ ਉੱਥੇ ਦਿੱਤਾ ਕਿ ਇਹ ਅੱਜ ਦੇ ਬਾਅਦ ਤੁਹਾਡਾ ਹੈ। ਮਤਲਬ ਇੰਨੀ ਦਰਿਆ ਦਿਲੀ ਉਹਨਾਂ ਦੀ। ਹਾਂ, ਇਹ ਤੁਹਾਡਾ ਹੈ, ਤੁਸੀਂ ਇੱਥੇ ਰਹੋ ਜੋ ਮਰਜ਼ੀ। ਫਿਰ ਉਹਨਾਂ ਨੇ ਇੱਥੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਬਣਵਾਇਆ। ਇਹ ਅਹਿਮਦ ਅਲੀ ਖਾਨ ਸਾਹਿਬ ਦੇ ਸਮੇਂ ਹੋਇਆ ਹੈ। ਹਾਂਜੀ, ਅਹਿਮਦ ਅਲੀ ਖਾਨ, ਨਵਾਬ ਅਹਿਮਦ ਅਲੀ ਖਾਨ ਸਾਹਿਬ ਦੇ ਦੌਰ ਦੇ ਵਿੱਚ ਇਹ ਕੰਮ ਹੋਇਆ। ਤੇ ਇਸ ਤੋਂ ਇਲਾਵਾ ਉਹਨਾਂ ਨੇ 500 ਬਿੱਘਾ ਜ਼ਮੀਨ ਬਾਬਾ ਆਤਮਾ ਰਾਮ ਦੇ ਡੇਰੇ ਨੂੰ ਦਿੱਤੀ ਸੀ, ਦਾਨ ਕੀਤੀ ਸੀ। ਤੇ ਤੀਸਰੇ ਉਹਨਾਂ ਨੇ ਸਿੰਘ ਸਭਾ ਗੁਰਦੁਆਰਾ ਜੀ, ਉਹ ਵੀ ਉਹਨਾਂ ਦੀ ਦੇਣ ਹੈ ਮਲੇਰਕੋਟਲੇ ਦੇ ਵਿੱਚ। ਵਾਹ ਜੀ ਵਾਹ, ਕੀ ਬਾਤ ਹੈ। ਤੇ ਮਤਲਬ ਇੱਥੋਂ ਇਹ ਜ਼ਾਹਿਰ ਹੁੰਦਾ ਹੈ ਕਿ ਕਿਸੇ ਧਰਮ ਦੇ ਨਾਲ ਪੱਖਬਾਜ਼ੀ ਨਹੀਂ, ਹਰ ਧਰਮ ਨੂੰ ਪਿਆਰ ਕੀਤਾ, ਸਾਰੇ ਧਰਮ ਨੂੰ ਪਿਆਰ ਕੀਤਾ। ਹਾਂ, ਜਿਨ੍ਹਾਂ ਨੇ ਵੀ ਕਿਤੇ ਬੁਲਾਇਆ ਜਾਂ ਜਿਸ ਤੇ ਵੀ ਜਾਣਾ ਹੁੰਦਾ ਸੀ ਤਾਂ ਉਹ ਖੁਦ ਜਾ ਕੇ ਉੱਥੇ ਹਾਜ਼ਰੀ ਲਵਾ ਕੇ ਆਉਂਦੇ ਸੀ। ਸੋ ਕਿੰਨੇ ਵਿਸਥਾਰ ਦੇ ਨਾਲ ਆਪਾਂ ਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਇਸ ਨਵਾਬੀ ਖਾਨਦਾਨ ਦੇ ਬਾਰੇ। ਮੁਨੱਵਰ ਉਲ ਨਿਸਾ ਬੇਗਮ ਜੀ ਦੀ ਜੋ ਖਿਦਮਤ ਕਰ ਰਹੇ ਹਨ। ਸੋ ਮੁਹੰਮਦ ਮਹਿਮੂਦ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਨੂੰ ਵਿਸਥਾਰ ਪੂਰਵਕ
ਜਿਹੜੀ ਜਾਣਕਾਰੀ ਆਮ ਲੋਕਾਂ ਤੱਕ ਨਹੀਂ ਹੈਗੀ, ਹਲੇ ਤੱਕ ਨਹੀਂ ਪਤਾ, ਉਹ ਗੱਲਾਂ ਤੁਸੀਂ ਸਾਨੂੰ ਦੱਸੀਆਂ, ਉਹਨਾਂ ਬਾਰੇ ਜਾਣਕਾਰੀ ਦਿੱਤੀ, ਤੇ ਇਹਦੇ ਲਈ ਆਪ ਜੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਆਪ ਜੀ ਨੇ ਕੀਮਤੀ ਸਮਾਂ ਸਾਡੇ ਲਈ ਕੱਢਿਆ, ਤੇ ਅਸੀਂ ਪਰਵਰਦਗਾਰ ਅੱਗੇ ਇਹ ਸਾਡੀ ਅਰਦਾਸ ਬੇਨਤੀ ਹੈ, ਦੁਆ ਹੈ ਕਿ ਬੇਗਮ ਸਾਹਿਬ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ, ਤੰਦਰੁਸਤੀ ਬਖਸ਼ਣ, ਤੇ ਆਪ ਜੀ ਨੇ ਜੋ ਬਹੁਤ ਹੀ ਵੱਡਾ ਨੇਕ ਕਾਰਜ ਕੀਤਾ ਹੈ, ਨੇਕ ਕੰਮ ਕੀਤਾ ਹੈ, ਇਸ ਦੀ ਕੋਈ ਕੀਮਤ ਨਹੀਂ ਆਪਾਂ ਕਹਿ ਸਕਦੇ। ਤੁਸੀਂ ਉਹਨਾਂ ਦੀ ਸੇਵਾ ਕੀਤੀ, ਸਾਂਭ ਸੰਭਾਲ ਕੀਤੀ, ਹਰ ਪੱਖ 'ਚ ਹਰ ਸਮੇਂ ਉਹਨਾਂ ਦੇ ਨਾਲ ਖੜ੍ਹੇ ਹੋ, ਤੇ ਇਸ ਪਰਿਵਾਰ ਨਾਲ ਜੁੜੇ ਹੋਏ ਹੋ। ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ, ਦੁਆ ਕਰਦੇ ਹਾਂ ਕਿ ਪਰਵਰਦਗਾਰ ਆਪ ਜੀ ਨੂੰ ਵੀ ਦੇਹ ਅਰੋਗਤਾ ਤੇ ਚੜ੍ਹਦੀ ਕਲਾ ਬਖਸ਼ੇ ਔਰ ਲੰਮੀਆਂ ਉਮਰਾਂ ਬਖਸ਼ੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਸ਼ੀਸ਼ ਮਹਿਲ ਦੇ ਵਿੱਚ, ਜੋ ਕਿ ਮਲੇਰਕੋਟਲਾ ਸ਼ਹਿਰ ਦੇ ਤਕਰੀਬਨ ਵਿਚਕਾਰ ਬਣਿਆ ਹੋਇਆ ਹੈਗਾ। ਇਸ ਟਾਈਮ ਮੇਰੇ ਨਾਲ ਮੌਜੂਦ ਹਨ ਸਾਜਦ ਅਲੀ ਖਾਨ ਜੀ, ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਤੇ ਇਹਨਾਂ ਤੋਂ ਇਸ ਮਹਿਲ ਦੇ ਬਾਰੇ ਤੇ ਇਹਨਾਂ ਦੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਜੀ। अस्सलाम वालेकुम सर। अस्सलाम जी, मेरा नाम साजिद अली खान शेरवानी है। मैं नवाब शेर मोहम्मद खान जी का वंशज हाँ। मेरी स्टडीज़ स्टार्टिंग मैंने सेंट स्टीफेंस तो की चंडीगढ़ तो, फिर उस तो बाद मैं DAV ते फिर मैं कॉलेज अपने गवर्नमेंट कॉलेज मलेरकोटला तो अपनी ग्रैजुएशन की। उस तो बाद मैंने लॉ की। अजकल मैं लॉ की प्रैक्टिस कर रहे हैं मलेरकोटले। इस तो बिना मैनू किताबां पढ़न का, इतिहास दी किताबां पढ़न का बहुत शौक है, जो बुक्स ने रिलेटेड टू इतिहास, अपना इतिहास, हिंदुस्तान का इतिहास, गुरु साहिबान का इतिहास, जिहड़े साडे पूर्वज ने उन्हां दा इतिहास, कि वो किस तरह हिंदुस्तान च आए, उन्होंने की कीता ते हिंदुस्तान च, ते गुरु गोबिंद सिंह जी बारे, गुरु नानक देव जी के बारे, क्योंकि ये साडा कल्चर है। अगर असी अपने बच्चों को इस कल्चर बारे नहीं जानू करावांगे तो असी बहुत पिछे चले जावांगे। गुरु गोबिंद सिंह जी के जब साहिबजादियां नूं चुनवाया गया तो उत्थे एक भी जिन्ने भी महाराजे राजे बैठे थे पंजाब के या बाहरों, उन्होंने किसी ने नहीं कुछ कहा, ना उन्होंने आवाज़ बुलंद की कि तुसी गलत कर रहे हो। सिर्फ तो सिर्फ नवाब शेर मोहम्मद खान साहब जी ने आवाज़ बुलंद की, बल्कि भी कहा कि इस्लाम च अपने हजूर सल्लल्लाहु अलैहि वसल्लम साडे नबी, उन्होंने कहा है कि ना तो तुसी हरे दरख्त, ना बुढ़े, ना बच्चे, अरे ना पानी के स्रोत, तुसी इन्हां नूं कदे तबाह नहीं करना, और इन्हां दी बदहुमती नहीं करनी, औरतां दी और बुजुर्गों की इज्जत करनी है, और बच्चों नूं प्यार ना रखना है, चाहे तुसीं तुहाडे दुश्मन दे बच्चे क्यों ना हो। यह इस्लाम दे बिल्कुल खिलाफ तुसीं गल कर रहे हो, और इस्लाम ने कदे भी सानू नहीं सिखाया कि असीं जुर्म करिए। तो जब गुरु गोबिंद सिंह जी ने पूछा कि जब मेरे साहबजादे नूं शहीद किया जा रहा था तो उत्थे किसी ने यदि आवाज़ उठाई इस जुर्म के खिलाफ, तो कहा जी सिर्फ नवाब मलेरकोटला ने, नवाब शेर मोहम्मद खान जी ने ये खिलाफ आवाज़ उठाई। तो आपने कहा कि ये बहुत ही नेक और शरीफ इंसान ने और बड़े बुज़ुर्ग इंसान ने। एक मौके पर आके सूबा सरहंद रुक भी गया था, पर उन्होंने भड़काया गया नहीं जी, उन्होंने साहबजादियां नूं सब ते बच्चे कहा गया, सपोलीए कहा गया कि बदहुमती की गई बच्चों की। तो उहदे विच उन्होंने कहा कि आपने इस गुस्से च आके नवाब शेर मोहम्मद खान जी ने ना कि उत्थे दरबार छड्डिया, बल्कि कुर्सी पर भी लत्त मारी, और आप गुस्से च आके बाहर निकल गए। ਇਹਦਾ ਉਹਨਾਂ ਨੇ ਇੱਕ चिट्ठी भी लिखी औरंगजेब ਨੂੰ कि ਇਹ जुर्म किया गया है बच्चों के खिलाफ, साहबजादे के खिलाफ। गुरु गोबिंद सिंह जी जब पास उरे आए तो उन्होंने तलवार भेंट की गई नवाब शेर मोहम्मद खान जी को, जो अज भी महफूज है, मुबारक मंजिल च पई है साडे बजुर्गों कोल। बेगम साहब
ਜਿਹੜੇ ਉੱਥੇ ਮੁਬਾਰਕ ਮੰਜ਼ਿਲ 'ਚ ਰਹਿ ਰਹੇ ਨੇ ਉਹਨਾਂ ਕੋਲ ਹੈ। ਤੁਸੀਂ ਤਸਵੀਰਾਂ 'ਚ ਵੀ ਦੇਖਿਆ ਹੋਣਾ ਅਕਸਰ, ਤੇ ਉਹਦੀ ਦਰਸ਼ਨ ਹੁੰਦੀ ਹੈ। ਔਰ ਜੀ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਹਾਂ ਦਾ ਨਾਰਾ ਹੈ। ਪਰ ਸਾਰੀ ਗੱਲ ਜਿਹੜੀ ਖੁੱਲ੍ਹ ਕੇ ਵਿਦਵਾਨਾਂ ਨੇ ਲਿਖੀ ਹੈ ਉਹਦੇ 'ਚ ਸਾਫ਼ ਲਿਖਿਆ ਗਿਆ ਹੈ ਕਿ ਕਿੰਨਾ ਵਿਸਥਾਰ ਨਾਲ ਇਸ ਨੂੰ ਕੀਤਾ ਗਿਆ ਹੈ ਔਰ ਸਾਂਝ ਦਿਖਾਈ ਗਈ ਹੈ ਮੁਸਲਮਾਨਾਂ ਦੀ ਔਰ ਸਿੱਖ ਦੀ। ਕਿੰਨੀ ਦੇਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ? ਮੈਂ ਬਚਪਨ ਤੋਂ ਹੀ ਉਰੇ ਰਹਿ ਰਿਹਾ ਹਾਂ। ਬਚਪਨ ਤੋਂ ਹੀ? ਜੀ ਜੀ ਜੀ। ਇਹ ਮਹਿਲ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ। ਇਹ ਮਹਿਲ ਨਵਾਬ ਸਿਕੰਦਰ ਅਲੀ ਖਾਨ ਜੀ ਨੇ ਬਣਾਇਆ था। ਠੀਕ ਹੈ ਜੀ। ਇਹ ਨਵਾਬ ਸਿਕੰਦਰ ਅਲੀ ਖਾਨ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਗ੍ਰੈਂਡ ਸਨ ਤੇ ਇਹ ਤਕਰੀਬਨ ਇਹਨੂੰ 350-400 ਸਾਲ ਹੋ ਗਏ ਇਹਨੂੰ ਬਣੇ ਨੂੰ। ਤੁਸੀਂ ਦੇਖ ਸਕਦੇ ਹੋ ਇਹਦੀ ਖੂਬਸੂਰਤੀ ਕਿੰਨੀ ਹੈ। ਇਹਦਾ ਪੁਰਾਣਾ ਆਰਕੀਟੈਕਟ ਦੇਖੋ ਤੁਸੀਂ। ਤੇ ਇਹ ਇਸ ਲਈ ਇਹਨੂੰ ਸ਼ੀਸ਼ ਮਹਿਲ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸ਼ੀਸ਼ਿਆਂ ਵਾਲੇ ਕਮਰੇ ਨੇ ਬਣਾਏ ਹੋਏ। ਤੇ ਦੀਵਾਨ ਖਾਨਾ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਉਰੇ ਨਵਾਬ ਸਾਹਿਬ ਆਪਣਾ ਜੋ ਦੀਵਾਨ ਲਾਉਂਦੇ थे, ਇੱਥੇ ਦਰਬਾਰ ਲੱਗਦਾ था ਤੇ ਉਰੇ ਹੀ ਉਹਨਾਂ ਦਾ ਰਿਹਾਇਸ਼ ਸੀ ਔਰ ਉਰੇ ਹੀ ਆਫਿਸ ਬਣੇ ਹੋਏ थे ਜੋ ਉਹਨਾਂ ਦੇ ਅਹਿਲਕਾਰ थे। ਅਹਿਲਕਾਰਾਂ ਨੂੰ ਅਲੱਗ-ਅਲੱਗ ਆਫਿਸ ਬਣਾ ਕੇ ਦਿੱਤੇ ਹੋਏ थे। ਜਿਸ ਤਰ੍ਹਾਂ ਪਿੱਛੇ ਮੇਰੇ ਦੇਖ ਸਕਦੇ ਹੋ ਤੁਸੀਂ ਕਮਰੇ ਨੇ, ਇਹ ਅਹਿਲਕਾਰਾਂ ਦੇ ਸਾਰੇ ਦੇ ਸਾਰੇ ਕਮਰੇ ਨੇ। ਉਹਨਾਂ ਦੇ ਦਫ਼ਤਰ ਹੁੰਦੇ थे ਅਹਿਲਕਾਰਾਂ ਦੇ। ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆਹ ਦੀਵਾਨ ਹਾਲ ਹੈ। ਦੀਵਾਨ ਹਾਲ ਜਿੱਥੇ ਨਵਾਬ ਸਾਹਿਬ ਆਪਣਾ ਦਰਬਾਰ ਲਾਉਂਦੇ थे ਤੇ ਇਹ ਉਹਨਾਂ ਦੇ ਪਰਸਨਲ ਕਮਰੇ थे ਜਿੱਥੇ ਉਹ ਆਪ ਖੁਦ ਰੈਸਟ ਕਰਦੇ थे ਜਾਂ ਖਾਸ ਮਹਿਮਾਨਾਂ ਨੂੰ ਬਿਠਾਇਆ ਜਾਂਦਾ था ਉਰੇ। ਇਸ ਤੋਂ ਇਲਾਵਾ ਜਿਹੜੇ ਉੱਪਰ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਸ਼ੀਸ਼ੇ ਵਾਲੇ ਕਮਰੇ ਨੇ ਜਿਸ ਕਰਕੇ ਸ਼ੀਸ਼ ਮਹਿਲ ਕਿਹਾ ਜਾਂਦਾ ਹੈ। ਇਹ ਨਵਾਬ ਅਹਿਮਦ ਅਲੀ ਖਾਨ ਸਾਹਿਬ ਨੇ ਬਣਵਾਏ थे ਤੇ ਨਵਾਬ ਅਹਿਮਦ ਅਲੀ ਖਾਨ ਸਾਹਿਬ ਨੇ ਲਾਰਡ ਮੰਟੋਏ ਜਦ ਉਰੇ ਆਏ थे ਉਹਨਾਂ ਦੀ ਆਮਦ ਦੇ ਲਈ ਬਣਾਇਆ ਗਿਆ था। ਇਹਨੂੰ ਵੀ ਇਸ ਕਮਰੇ ਨੂੰ ਵੀ ਤਿਆਰ ਹੋਏ ਨੂੰ ਤਕਰੀਬਨ 150 ਸਾਲ ਹੋ ਗਿਆ। ਇसी ਤਰ੍ਹਾਂ ਇਸ ਤੋਂ ਉਲਟ ਦੇਖੋਗੇ ਬਿਲਕੁਲ ਉੱਥੇ ਦੇਖੋਗੇ ਨਵਾਬ ਸਿਕੰਦਰ ਅਲੀ ਖਾਨ ਨੇ ਬਣਾਇਆ था ਸ਼ੀਸ਼ ਮਹਿਲ। ਉਹ ਨਵਾਬ ਸਿਕੰਦਰ ਅਲੀ ਖਾਨ ਦਾ ਬਣਾਇਆ ਹੋਇਆ ਤੇ ਇਹ ਨਵਾਬ ਅਹਿਮਦ ਅਲੀ ਖਾਨ ਦਾ ਬਣਾਇਆ ਹੈ। ਬਿਲਡਿੰਗ ਸਾਰੀ ਇਹ ਨਵਾਬ ਸਿਕੰਦਰ ਅਲੀ ਖਾਨ ਸਾਹਿਬ ਨੇ ਬਣਾਈ ਹੋਈ ਹੈ। ਮੁਸਲਿਮ ਆਰਕੀਟੈਕਟ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਜਿਹੜੇ ਆਰਕੀਟੈਕਟਸ ਨੇ ਇਹ ਸਾਰੇ ਦੇ ਸਾਰੇ ਉਸ ਟਾਈਮ ਆਪਣੇ ईरान इराक और तुर्की तो आते थे। ये जी आर्कीटैक्ट है ये इस मुताबिक बनाई गई है कि गर्मियाँ च ठंडे रहन तो सर्दियाँ च गर्म रहन। जो इन्हों की मोटाई है तुसी देख सकते हो कि 3-3 4-4 फुट इन्हों की दीवारां की मोटाई है और यदि मजबूती का खास ध्यान रखा गया है। और जी छत्तां ने तकरीबन 30-30 फुट दियाँ उपर ने और डबल ने। जी डाउन सीलिंग कराई गई है नीचे ये देख लो तुसी उस टाइम करवाई गई जब ट्रेंड होना आया डाउन सीलिंग का। ये उस टाइम डाउन सीलिंग कराई गई है। कुछ कई कमरियां च डाउन सीलिंग लकड़ी दी है और कई जगह ये डाउन सीलिंग कपड़े दी है। जिमें लट्ठा होता था वो लट्ठे की चादर के नाल डाउन सीलिंग की गई है, छत नूं लुकाया गया है। जिहड़ा तुसी आह कमरा देख रहे हो उपर शीश महल ये POP की डाउन सीलिंग हुई है और उस टाइम 150 साल पुराना POP होया है। अज का इस्तेमाल करते हैं आप लोहे का जाली का। उस टाइम इन्हों ने मतलब धागे का इस्तेमाल किया गया जिहड़ा धागा आप बोरियां इस्तेमाल करते हैं उस तरह का धागा इस्तेमाल किया गया है डाउन सीलिंग। ये बिल्डिंग्स ने जिहड़ियां स्टार्ट की नवाब पहला भी बिल्डिंग्स बनदियां थीआं पर नवाब साहब लखनऊ गए नवाब सिकंदर अली खान साहब तो उन्होंने देखा कि इतने बिल्डिंग्स बहुत खूबसूरत ने। मकबरे स्पैशली उन्होंने जाके देखा कि मकबरे अपने मरण तो पहले ही मकबरे तैयार कर दे। तो जब वापस आए तो उन्होंने शीश महल बनवाया, जमा मस्जिद बनवाई, अपने शेख सदरुद्दीन सदरे जहाँ जी की मस्जिद बनवाई, उन्होंने दरवाज़ा बनवाया तो उसी तरह अपने मकबरे तैयार करवाए। ये पहले नवाब थे जिन्होंने अपने मरण तो पहला ही अपना मकबरा तैयार करा लिया था। इसी तर्ज पर नवाब अहमद अली खान साहब ने भी एक मुबारक मंजिल तैयार करवाया। उसी तरीके नाल एक मोती बाज़ार बनवाया गया। यदी
ਜਿਹੜੀ ਉਹ ਹੈ ਆਰਕੀਟੈਕਟ ਹੈ ਸ਼ੀਸ਼ ਮਹਿਲ ਦਾ, ਇਹ ਮੁਸਲਿਮ ਆਰਕੀਟੈਕਟ ਨਾਲ ਮਿਲਦਾ ਜੁਲਦਾ ਹੈ। ਤੇ ਜਿਹੜਾ ਮੁਬਾਰਕ ਮੰਜ਼ਿਲ ਹੈ ਉਹਦਾ ਫਰਾਂਸ ਦਾ ਜਾਂ ਸਪੇਨ ਦਾ ਜਾਂ ਇੰਗਲੈਂਡ ਦਾ ਮਿਕਸਚਰ ਹੈ, ਉਹ ਆਰਕੀਟੈਕਟ ਨਾਲ ਬਣਾਇਆ ਗਿਆ ਹੈ। ਸੋ ਹੁਣ ਅਸੀਂ ਸਾਜਿਦ ਅਲੀ ਖਾਨ ਸ਼ੇਰਵਾਨੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜੋ ਇਹਨਾਂ ਨੇ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ, ਆਪਣੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਇਸ ਮਹਿਲ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਸਾਨੂੰ ਸ਼ੀਸ਼ ਮਹਿਲ ਦਿਖਾਇਆ, ਇਸ ਮਹਿਲ ਦਾ ਅੰਦਰੂਨੀ ਹਿੱਸਾ, ਅੰਦਰੂਨੀ ਦ੍ਰਿਸ਼ ਵੀ ਸਾਨੂੰ ਦਿਖਾਇਆ। ਬਹੁਤ ਹੀ ਬਾਰੀਕੀ ਦੇ ਨਾਲ ਇਹਨਾਂ ਨੇ ਸਾਨੂੰ ਇਸ ਮਹਿਲ ਦੀ ਬਣਤਰ ਦੇ ਬਾਰੇ ਜਾਣਕਾਰੀ ਦਿੱਤੀ, ਜੋ ਕਿ ਅਸੀਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹੁਣ ਅਸੀਂ ਆਪ ਜੀ ਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ। ਇਹ ਜੋ ਬਾਹਰ ਡਿਓੜੀ ਦੇਖ ਰਹੇ ਹੋ ਆਪ ਜੀ, ਇਹ ਮਹਿਲ ਦੀ ਡਿਓੜੀ ਹੈ। ਇਸ ਮਹਿਲ ਦੇ ਅੰਦਰ ਸਿੰਧੀ ਗੁਰਸਿੱਖ ਪਰਿਵਾਰ ਰਹਿ ਰਹੇ ਹਨ। ਇਹ ਉਹੀ ਮਹਿਲ ਹੈ ਜਿਸ ਦੀਆਂ ਚਾਬੀਆਂ ਨਵਾਬ ਅਹਿਮਦ ਅਲੀ ਖਾਨ ਜੀ ਨੇ ਪਾਕਿਸਤਾਨ ਤੋਂ ਆਏ ਹੋਏ ਸਿੱਖਾਂ ਨੂੰ ਦਿੱਤੀਆਂ ਸੀ। ਇਹ ਹੈ ਮਹਿਲ ਦਾ ਬਾਹਰਲਾ ਦ੍ਰਿਸ਼। ਆਪ ਜੀ ਦੇਖੋ ਕਿੰਨਾ ਖੂਬਸੂਰਤ ਮਹਿਲ ਹੈ। ਇਸ ਮਹਿਲ ਉੱਪਰ ਕੀਤੀ ਗਈ ਕਾਰਾਗਰੀ ਦੀ ਗੱਲ ਕਰੀਏ ਤਾਂ ਇਹ ਕਾਰਾਗਰੀ ਬੜੀ ਦੁਰਲਭ ਹੈ, ਕਿਉਂਕਿ ਅੱਜ ਕੱਲ੍ਹ ਜੋ ਇਮਾਰਤਾਂ ਬਣ ਰਹੀਆਂ ਹਨ ਉਹਨਾਂ ਉੱਪਰ ਇਸ ਤਰ੍ਹਾਂ ਦੀ ਕੋਈ ਕਾਰਾਗਰੀ ਨਹੀਂ ਕੀਤੀ ਜਾਂਦੀ। ਸੋ ਇਹ ਬਹੁਤ ਪੁਰਾਣੀ ਇੱਕ ਵਿਰਾਸਤ ਹੈ ਜੋ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ। ਸੋ ਇਹ ਹੈ ਮਹਿਲ ਦੀ ਡਿਓੜੀ। ਹੁਣ ਅਸੀਂ ਡਿਓੜੀ ਦੇ ਅੰਦਰ ਜਾਵਾਂਗੇ, ਅੰਦਰ ਜਾ ਕੇ ਆਪ ਜੀ ਨੂੰ ਦਿਖਾਵਾਂਗੇ ਅੰਦਰ ਕਿਸ ਤਰ੍ਹਾਂ ਦਾ ਮਹਿਲ ਬਣਿਆ ਹੋਇਆ ਹੈ। ਇਹ ਆਪ ਜੀ ਕਮਰੇ ਦੇਖੋ, ਬਿਲਕੁਲ ਉਸੇ ਤਰ੍ਹਾਂ ਪੁਰਾਣੇ ਬਣੇ ਹੋਏ ਹਨ, ਨਾਨਕਸ਼ਾਹੀ ਇੱਟਾਂ ਦੇ ਨਾਲ ਬਣੇ ਹੋਏ ਹਨ। ਦੀਵਾਰਾਂ ਦੇ ਉੱਪਰ ਅੱਜ ਵੀ ਉਸੇ ਤਰ੍ਹਾਂ ਹੀ ਚੂਨਾ ਲੱਗਿਆ ਹੋਇਆ ਹੈ ਤੇ ਇੱਟਾਂ ਜੋ ਪੁਰਾਣੇ ਸਮੇਂ ਵਿੱਚ ਚੂਨੇ ਦੇ ਨਾਲ ਲਗਾਈਆਂ ਗਈਆਂ ਸਨ ਉਹ ਬਿਲਕੁਲ ਅੱਜ ਉਸੇ ਤਰ੍ਹਾਂ ਹੀ ਲੱਗੀਆਂ ਹੋਈਆਂ ਹਨ। ਸਾਰੇ ਮਹਿਲ ਦੇ ਵਿੱਚ ਤਕਰੀਬਨ ਨਾਨਕਸ਼ਾਹੀ ਇੱਟ ਜਾਂ ਜਿਹਨੂੰ ਆਪਾਂ ਸਰਹੰਦੀ ਇੱਟ ਕਹਿੰਦੇ ਆ, ਉਹਦਾ ਪ੍ਰਯੋਗ, ਉਹਦੀ ਵਰਤੋਂ ਕੀਤੀ ਗਈ ਹੈ। ਇਸ ਮਹਿਲ ਵਿੱਚ ਰਹਿ ਰਹੇ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾਲ ਜੁੜੇ ਹੋਏ ਹਨ ਅਤੇ ਗੁਰਬਾਣੀ, ਵਿਚਾਰ, ਕਥਾ ਕੀਰਤਨ ਕਰਦੇ ਹਨ। ਇਹ ਹੈ ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ। ਆਪ ਜੀ ਨੂੰ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਹਾਂ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਹੀ ਸਤਿਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਜਾਂਦੀ ਹੈ ਤੇ ਇੱਥੋਂ ਦੇ ਗੁਰਸਿੱਖਾਂ ਵੱਲੋਂ ਹਰ ਗੁਰਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਬਿਨਾਂ ਬਾਬਾ ਥਾਹਰਿਆ ਸਿੰਘ ਜੀ, ਬਾਬਾ ਦਇਆ ਸਿੰਘ ਜੀ, ਉਹਨਾਂ ਦੇ ਨਾਲ ਸੰਬੰਧਿਤ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਸੰਗਤਾਂ ਨੂੰ ਗੁਰਬਾਣੀ ਕੀਰਤਨ ਸੁਣਾਉਣ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਇੱਥੇ ਉਚੇਚੇ ਤੌਰ ਤੇ ਬੁਲਾਏ ਜਾਂਦੇ ਹਨ ਅਤੇ ਇੱਥੋਂ ਦੇ ਮੌਜੂਦਾ ਮੁਖੀ ਬਾਬਾ ਪ੍ਰਧਾਨ ਸਿੰਘ ਜੀ, ਉਹ ਆਪ ਵੀ ਗੁਰਬਾਣੀ ਕੀਰਤਨ ਗਾਇਨ ਕਰਦੇ ਹਨ ਅਤੇ ਪੰਜਾਬ ਤੋਂ ਬਿਨਾਂ ਵੱਖ-ਵੱਖ ਰਾਜਾਂ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੋੜ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ। ਸਿੰਧ ਤੋਂ ਆਈ ਹੋਈ ਸੰਗਤ ਨੇ ਬਣਾਇਆ ਹੋਇਆ ਹੈ ਤੇ ਅੱਜ ਅਸੀਂ ਆਪ ਜੀ ਨੂੰ ਇਸ ਸੰਗਤ ਦੇ ਨਾਲ ਮਿਲਾਵਾਂਗੇ। ਮੇਰੇ ਨਾਲ ਮੌਜੂਦ ਹਨ ਭਾਈ ਪਰਸ਼ੋਤਮ ਸਿੰਘ ਜੀ ਅਤੇ ਭਾਈ ਪ੍ਰਧਾਨ ਸਿੰਘ ਜੀ। ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਭਾਈ ਸਾਹਿਬ ਜੀ, ਆਪ ਜੀ ਪਾਕਿਸਤਾਨ ਤੋਂ ਆਏ ਹੋ ਜਾਂ ਆਪ ਜੀ ਦਾ ਜਨਮ ਇੱਥੇ ਹੀ ਹੋਇਆ ਹੈ? ਮੇਰਾ ਜਨਮ ਤੇ ਇਸ ਹਿੰਦੁਸਤਾਨ ਦੇ ਵਿੱਚ ਪਾਰਟੀ ਸਭਾ 1971 ਦੇ ਵਿੱਚ 50 ਸਾਲ ਪਹਿਲਾਂ ਹੋਇਆ ਸੀ, ਲੇਕਿਨ ਬਾਬਾ ਜੀ ਜੋ ਪਾਕਿਸਤਾਨ ਦੇ ਜਨਮ ਹੈ ਜਿਨ੍ਹਾਂ ਦਾ, ਬਾਕੀ ਸਾਰੀ ਗੱਲ ਉਹ ਦੱਸ ਸਕਦੇ ਨੇ ਸੰਤਾਂ ਦੇ ਬਾਰੇ, ਸੰਤਾਂ ਦੇ ਜੀਵਨ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਮਹਾਤਮਾ ਸੰਤ ਬਾਬਾ ਥਹਿਰਾ ਸਿੰਘ ਜੀ ਬਚਪਨ ਦੇ ਵਿੱਚ, ਉਹਨਾਂ ਦਾ ਪਿਤਾ ਦਾ ਨਾਮ ਸੀ ਭਾਈ ਤੀਰਥ ਦਾਸ। ਕੰਧਰਾਲ ਸ਼ਹਿਰ 'ਚ ਰਹਿੰਦੇ ਸੀ
ਤੇ ਤਹਿਸੀਲ ਰੋੜੀ ਜ਼ਿਲ੍ਹਾ ਸਖਰ 'ਚ ਇਹ ਸਥਾਨ ਕੰਦਰਾ ਹੈ, ਉੱਥੇ ਰਹਿਣ ਵਾਲੇ ਸਨ। ਤੇ ਇਹਨਾਂ ਦੇ ਬਚਪਨ ਦੇ ਵਿੱਚ ਹੀ ਵੈਰਾਗ ਲੱਗਿਆ ਇਹਨਾਂ ਨੂੰ, ਇੰਨਾ ਵੈਰਾਗ ਲੱਗਿਆ ਕਿ ਇੱਕ ਉੱਥੇ ਭਾਈ ਗੁਰਦਾਸ ਦਾ ਡੇਰਾ ਸੀ, ਉੱਥੇ ਆ ਕਰਕੇ ਰਹਿਣ ਲੱਗ ਪਏ। ਉਸ ਡੇਰੇ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸਨ ਤੇ ਹੋਰ ਮੂਰਤੀਆਂ ਸਨ, ਲੇਕਿਨ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸ਼ੁਰੂ ਕੀਤਾ। ਉੱਥੇ ਹੀ ਗੁਰਮੁਖੀ ਜੋ ਅਸੀਂ ਸਿੱਖਣਾ, ਉੱਥੋਂ ਦਾ ਮੈਂ ਸੰਤ ਜਿਹੜਾ ਮੈਂ ਗੁਰਦਾਸ ਜੀ ਉਹ ਜਾਣਦਾ ਬਹੁਤਾ ਉਹ ਹੀ ਕਰਦਾ ਹੁੰਦਾ ਸੀ। ਉਹਨਾਂ ਪਾਸੋਂ ਉਹਨਾਂ ਨੇ ਸਿੱਖਿਆ ਔਰ ਸਭ ਕੁਝ ਗੁਰਮੁਖੀ ਪੜ੍ਹੇ। ਉਸ ਤੋਂ ਬਾਅਦ ਇਹਨਾਂ ਨੇ ਇਹਦੀ ਆਪਣੀ ਬੰਦਗੀ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਨਾਲ ਪ੍ਰਾਰਥਨਾ ਕਰਦੇ ਰਹੇ, ਬਾਣੀ ਪੜ੍ਹਦੇ ਰਹੇ। ਇੰਨੀ ਬੰਦਗੀ ਕੀਤੀ ਕਿ ਉੱਥੇ ਖਜੂਰਾਂ ਦੇ ਬਾਗ ਸਨ, ਉੱਥੇ ਜਾ ਕਰਕੇ ਸਵੇਰੇ ਬਹਿ ਜਾਣਾ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ, ਤਪੱਸਿਆ ਕਰਨੀ ਅਤੇ ਫਿਰ ਬਾਅਦ ਰਾਤ ਨੂੰ ਸ਼ਾਮ ਨੂੰ ਆ ਜਾਣਾ, ਫਿਰ ਆ ਕੇ ਗੁਰਦੁਆਰੇ ਦੀ ਸੇਵਾ ਕਰਨੀ। ਵਾਹਿਗੁਰੂ ਨੇ ਕਿਰਪਾ ਐਸੀ ਕੀਤੀ ਕਿ ਇਹਨਾਂ ਨੇ ਇੰਨਾ ਤਪੱਸਿਆ ਕੀਤਾ ਕਿ ਉੱਥੇ ਇਹਨਾਂ ਨੂੰ ਇੱਕ ਸ਼ਕਤੀ ਪ੍ਰਾਪਤ ਹੋਈ। ਸ਼ਕਤੀ ਕਿਹੜੀ ਪ੍ਰਾਪਤ ਹੋਈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਦਰਸ਼ਨ ਦਿੱਤਾ ਤੇ ਕਹਿੰਦਾ ਭਾਈ ਪੁਰਖਾ ਤੂੰ ਹੁਣ ਪ੍ਰਚਾਰ ਕਰ ਲੈ। ਪ੍ਰਚਾਰ ਕਿਸੇ ਜੋ ਮੁਖਾਰ ਬਿੰਦ ਤੋਂ ਬੋਲਦੇ ਸਨ, ਗੁਰੂ ਦੀ ਕਿਰਪਾ ਉਹਨਾਂ ਦਾ ਸਤ ਹੋ ਜਾਂਦਾ ਸੀ। ਜੋ ਵੀ ਕਹਿ ਪੁਰਖਾ ਕਰਨਾ ਕਿ ਜਿਸ ਤਰ੍ਹਾਂ ਆਪਣੀ ਮਰਜ਼ੀ ਹੋਵੇ। ਕਿਉਂਕਿ ਡੇਰੇ ਦਾ ਡੇਰਾ ਗੁਰਦਾਸ ਜੀ ਉਹ ਵੀ ਇਹਦੇ ਕੋਲੋਂ ਜਿਹੜੇ ਲੋਕ ਇਹਦੇ ਨਾਲ ਪਿਆਰ ਕਰਦੇ ਸਨ, ਉਹਨਾਂ ਦੀਆਂ ਆਸਾਵਾਂ ਪੂਰਨ ਹੁੰਦੀਆਂ ਸਨ। ਤਾਂ ਡੇਰੇ ਦਾ ਡੇਰਾ ਗੁਰਦਾਸ ਜੀ ਉਹ ਕੁਛ ਇਹਨਾਂ ਦੇ ਨਾਲ ਖਿੱਚਣ ਲੱਗ ਪਿਆ, ਲੇਕਿਨ ਉਸ ਨੇ ਫਿਰ ਇਸ ਡੇਰੇ ਵਿੱਚੋਂ ਕੱਢਤਾ ਭੇਜਾ। ਜਾ ਕਰਕੇ ਉੱਥੇ ਮੁਸਾਫਰਖਾਨਾ ਸੀ ਗੌਰਮੈਂਟ ਦਾ, ਅਤੇ ਉੱਥੇ ਆ ਕਰਕੇ ਰਹੇ। ਮੁਸਾਫਰਖਾਨੇ ਵਿੱਚ ਵੀ ਉਹਨਾਂ ਨੂੰ ਰਹਿਣ ਵਾਸਤੇ ਬਹੁਤੇ ਦਿਨ ਨਹੀਂ ਦਿੰਦੇ ਹੁੰਦੇ ਸੀ ਅਤੇ ਉਹਨਾਂ ਨੇ ਹੁਕਮ ਹੋਇਆ ਨਿਕਲ ਜਾਓ ਇੱਥੋਂ। ਤਾਂ ਮੁਸਾਫਰਖਾਨੇ ਦੇ ਨਾਲ ਇੱਕ ਜਿਹੜਾ ਇਹਨਾਂ ਦਾ ਪਿਆਰਾ ਸੀ, ਉਹਦੀ ਪਲਾਟ ਪਿਆ ਖਾਲੀ ਜਗ੍ਹਾ ਪਈ ਸੀ। ਉਹਨਾਂ ਨੇ ਕਿਹਾ ਮੇਰਾ ਪਲਾਟ ਪਿਆ ਖਾਲੀ ਜਗ੍ਹਾ ਪਈ ਹੈ, ਇਹ ਤੁਸੀਂ ਲੈ ਲਓ, ਗੁਰਦੁਆਰਾ ਬਣਾ ਲਓ। ਕਿਉਂਕਿ ਉਹ ਬੜਾ ਉਹਨਾਂ ਦੇ ਪਿਆਰੇ ਵਾਲੇ ਸਨ। ਉਹਨਾਂ ਨੇ ਫਿਰ ਸੰਤਾਂ ਨੇ ਉਹ ਉੱਥੇ ਗੁਰਦੁਆਰਾ ਕੱਚਾ ਪੱਕਾ ਬਣਾ ਕਰ ਬੈਠ ਗਏ ਅਤੇ ਉਹ ਸਤਸੰਗ ਕਰਨ ਲੱਗ ਪਏ। ਹੌਲੀ ਹੌਲੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਸਰੂਪ ਰੱਖਿਆ ਅਤੇ ਸਤਸੰਗ ਹੋਇਆ। ਲੋਕਾਂ ਨੂੰ ਆ ਕਰ ਮੱਥਾ ਟੇਕਦੇ ਸਨ ਅਤੇ ਸ਼ਰਧਾਵਾਂ ਪੂਰੀਆਂ ਹੁੰਦੀਆਂ ਨੇ। ਲੋਕਾਂ ਦੇ ਹੋਰ ਉਤਸ਼ਾਹ ਹੁੰਦਾ ਸੀ। ਹੌਲੀ ਹੌਲੀ ਕਰਕੇ ਉੱਥੇ ਚੰਗਾ ਜਿਹਾ ਮਕਾਨ ਬਣ ਗਿਆ ਅਤੇ ਇਹਨਾਂ ਨੂੰ ਉੱਥੇ ਕੰਦਰਾ ਦੇ ਵਿੱਚ ਹੀ ਬਹੁਤ ਸਾਰੀ ਸੰਗਤਾਂ ਨੇ ਪਿੰਡਾਂ ਤੋਂ ਵੀ ਵਿੱਚ ਉਹਨਾਂ ਦਾ ਸੰਤਾਂ ਦਾ ਜੋ ਪ੍ਰਚਾਰ ਸੀ ਚੰਗਾ ਹੋਣ ਲੱਗ ਪਿਆ। ਪਿੰਡਾਂ ਤੋਂ ਵੀ ਸੰਗਤਾਂ ਆਉਣ ਲੱਗ ਪਈਆਂ ਸਭ, ਅਤੇ ਸੰਤਾਂ ਨੇ ਉੱਥੇ ਪਿੰਡਾਂ ਦੇ ਵਿੱਚ ਵੀ ਗੁਰਦੁਆਰੇ ਬਣਾਏ। ਮੈਂ ਤੁਸੀਂ ਇੱਥੇ ਪਾਠ ਕਰਿਆ ਕਰੋ, ਹਲ ਸਰੂਪ ਨਹੀਂ ਰੱਖੇ, ਫਿਰ ਥੋੜ੍ਹੇ ਪਾਠ ਕਰਿਆ ਕਰੋ ਜਪਜੀ ਸਾਹਿਬ ਗੁਰਬਾਣੀ ਦਾ। ਐਸਾ ਇੱਕ ਜਗ੍ਹਾ ਬਣਾ ਕਰਕੇ ਮੱਥਾ ਟੇਕਿਆ ਅਤੇ ਉੱਥੇ ਫਿਰ ਹੌਲੀ ਹੌਲੀ ਪਿੰਡਾਂ ਵਿੱਚ ਵੀ ਸਰੂਪ ਰੱਖੇ ਗਏ। ਕਿਰਪਾ ਹੋਈ ਸਤਿਗੁਰਾਂ ਦੀ। ਪਹਿਲਾਂ ਸੰਤਾਂ ਦੇ ਤਿੰਨ ਪੁੱਤਰ ਸਨ। ਤਿੰਨਾਂ ਪੁੱਤਰਾਂ ਦੇ ਵਿੱਚ ਭਾਈ ਕੇਵਲ ਸਿੰਘ ਵੱਡੇ ਦਾ ਨਾਂ ਸੀ ਅਤੇ ਦੂਸਰੇ ਦਾ ਨਾਂ ਸੀ ਮਾਤਾ ਪਿਤਾ ਅਧੀਰਾ ਦੇਵ ਕਰਮ ਸਿੰਘ, ਅਤੇ ਤੀਸਰੇ ਦਾ ਨਾਮ ਸੀ ਦਾਦੂ ਸਿੰਘ, ਸੰਤ ਦਾਦੂ ਸਿੰਘ। ਇਹ ਤਿੰਨ ਪੁੱਤਰ ਸਨ।
ਤੇ ਇਹਨਾਂ ਤਿੰਨਾਂ ਵੱਡਾ ਪੁੱਤਰ ਤਾਂ ਉਹਨਾਂ ਦੇ ਹੁੰਦੇ ਹੀ ਗੁਜ਼ਰ ਗਿਆ। ਕਰਮ ਸਿੰਘ ਜੀ ਬਾਬਾ ਸਨ, ਉਹ ਵੀ ਬੜੇ ਪਹੁੰਚੇ ਹੋਏ ਸਨ, ਬਹੁਤ ਪਹੁੰਚੇ ਹੋਏ ਸਨ। ਉਹ ਬੁਖਾਰ ਬਿਨ ਤੋਂ ਕਹਿੰਦੇ ਸੀ ਸਤ ਹੋ ਜਾਂਦਾ ਸੀ। ਉਹ ਵੀ ਉੱਥੇ ਅੰਮ੍ਰਿਤਸਰ ਵਿੱਚ ਆਉਂਦੇ ਸੀ, ਹਰ ਸਾਲ ਮੱਥਾ ਟੇਕਣ ਸੰਤ ਦੀ ਸੰਗਤਾਂ ਨੂੰ ਲਿਆਉਂਦੇ ਸੀ। ਉੱਥੇ ਭਾਈ ਕਰਮ ਸਿੰਘ ਜੀ ਅਲੋਪ ਹੋ ਗਏ ਅੰਮ੍ਰਿਤਸਰ ਦੇ ਵਿੱਚ। ਭਾਈ ਸੰਤ ਬਾਬਾ ਕਰਮ ਸਿੰਘ ਜੀ ਅਲੋਪ ਹੋ ਗਏ। ਗੱਜ ਕੇ ਆਖੋ ਸਤਿਨਾਮ। ਉਸ ਤੋਂ ਬਾਅਦ ਸੰਤ ਬਾਬਾ ਦਾਦੂ ਸਿੰਘ ਜੀ ਸਨ। ਸੰਤ ਜੀ ਦੇ ਚਲਾਣ ਤੋਂ ਬਾਅਦ ਸੰਤ ਬਾਬਾ ਦਾਦੂ ਸਿੰਘ ਜੀ ਆਪਣੀ ਗੱਦੀ 'ਤੇ ਬੈਠੇ। ਤੀਸਰਾ ਪੁੱਤਰ ਛੋਟਾ ਪੁੱਤਰ ਸੀ, ਤੇ ਉਹ ਵੀ ਸੰਗਤਾਂ ਨੂੰ ਲੈ ਕਰਕੇ ਅੰਮ੍ਰਿਤਸਰ, ਨਾਨਕਸਰ ਸਾਹਿਬ, ਲਾਹੌਰ ਵਗੈਰਾ ਤਕਰੀਬਨ 1 ਮਹੀਨਾ ਯਾਤਰਾ ਕਰਦੇ ਹੁੰਦੇ ਸਨ। तो आखिर उन्होंने संत बाबा दादू सिंह जी भी जी चार पुत्र सन। संत बाबा मोहम्मद सिंह जी, संत बाबा साहब सिंह जी, संत बाबा जोगा सिंह जी, संत दास हाजुर है चौथा दिन। ते संत बाबा दादू सिंह जी यात्रा कराते करदा लोगों की संगतां नूं वो भी नानकाना साहब दे छड्डी उत्थे चरणा विच। वो हमेशा ये बोलते हैं कि धर्म गुरु नानक साहब अपने चरणा विच निवास बख्शना, ये अरदास करते होंगे सी। सतगुरां ने अकाल पुरख ने सुन लई। उत्थे उन्होंने अपना नानकाना साहब सुभाष चलिया। उस तो बाद साढ़े पाकिस्तान हिंदुस्तान बन गया। पाकिस्तान हिंदुस्तान बनने के नाल उसी पहले कराची विच आए ट्रेनां दे विच। वो भी गौरमेंट नूं लिखे था, गौरमेंट के द्वारा ट्रेन आई। तकरीबन 1000 तो वध उस ट्रेन में बैठे सी असी सिख सी। ते आ करके कराची विच पानी के जहाज आ करके बंबई उतरे। बंबई के असी चारे भरा सन, साढ़े नाल संगतां सन। ते बंबई दे विच 1-1.5 साल रहे। उन्होंने हवा जरा नहीं सानू माफक नहीं हुई। वो हवा नहीं आई तो असी फिर अमृतसर आ गए। गौरमेंट अमृतसर सराय रहे, गुरु रामदास सराय 1 महीना रहे। उन्होंने भी साड़ी मदद की थी गुरुद्वारा साहब वालियां दी। ते एक साढ़े उतों मेरे दरबार साहब जी के ग्रंथी वड्डे सन मैनेजर। उन्होंने कहा भाई तुहानू इत्थे रिफ्यूजी हो, तुहानू पैप्सू कहते हैं इसनूं पटियाले उधर जगह बहुत पईयां ने। वरसाऊ जरा है वरसाउण वाला रिहेबिलिटेशन दफ्तर उत्थे है। मैं उन्होंने मिला देना, फिर तुसी जाकर जगह उत्थे लै लो। वो आया, सानू कहा भाई तुसी मलेरकोटले आओ तो पहले देख के जाओ। तो साढ़े बड़े भाई साहब अमर सिंह जी 2-4 बंदे ले करके मलेरकोटले देखा। मैं ठीक है। तो बहुत जगह खालियाँ पई सन। उन्होंने कहा तुसी मलेरकोटले आ जाओ, तो जगह खोल के देंगे, तुसी बैठ जाओ। तो ऐसे जब मलेरकोटले आ गए थे तो अफसर आए, जगह देखिया। एक ये देखा मैं गुरुद्वारा बड़ा महल, कहना ये देख। उस वेले असी साड़ी तकरीबन 20-25 फैमिलियाँ सी, थोड़िया से। तो असी सब महलाए दे दो, यही जगह दो बढ़िया। एक कमरा लेके हाल बैठ जाते हैं। इसलिए एक कमरा ले करके बैठ गए होली। तो फिर हौली हौली असी दूसरे जरे सन उन्होंने कहा भाई तुसी आ जाओ, इतने तंग बैठे हो। बंबई दे विच कोई किसी का किसी सी प्यारा रिश्तेदार कोई किसी उन्होंने इतने मंगाए। मंगा कर तकरीबन 200 फैमिलियाँ हो गई। तो असी गुरुद्वारा जरा सी ये बनाया,
ਅਤੇ ਦਿਨ ਰਾਤ ਚੱਲਦਾ ਰਹਿੰਦਾ ਸੀ। ਇੱਥੇ ਹੋਰ ਕੋਈ ਗੁਰਦੁਆਰਾ ਨਹੀਂ ਸੀ, ਇੱਕ ਸਿੰਘ ਸਭਾ ਗੁਰਦੁਆਰਾ ਸੀ ਉਸ ਲਈ, ਇੱਕ ਸਾਡਾ ਗੁਰਦੁਆਰਾ ਸੀ। ਅਤੇ ਸਿੱਖ ਦੀ ਆਬਾਦੀ ਤਾਂ ਹੈ ਇੱਕ ਦੋ ਘਰ ਸਨ ਉਸ ਵੇਲੇ, ਇੱਕ ਦੋ ਉਹ ਵੀ ਆਉਣ ਲੱਗ ਪਏ। ਗੁਰੂ ਦਾ ਜਸ ਅਸੀਂ ਕਰਦੇ ਸੰਤ ਘਰਾਂ ਨਾਲ, ਰਾਤ ਦਿਨ ਲੰਗਰ ਕੀਰਤਨ ਹੁੰਦਾ ਰਹੇ, ਗੁਰਬਾਣੀ ਦਾ ਪਾਠ, ਹੌਲੀ ਹੌਲੀ ਨਗਰ ਕੀਰਤਨ ਕੱਢਦੇ ਸੀ, ਸਾਰੀ ਖੁਸ਼ ਹੋ ਗਏ। ਇਸ ਤਰ੍ਹਾਂ ਚੱਲਦਾ ਚੱਲਦਾ ਸ਼ਹਿਰ 'ਚੋਂ ਕਾਫੀ ਸਿੱਖਾਂ ਦੀ ਆਬਾਦੀ ਹੋ ਗਈ ਅਤੇ ਸਾਡੀ ਵੀ ਇੱਥੇ ਇਸ ਤਰ੍ਹਾਂ ਰਹਿੰਦੇ ਇੱਕ ਗੁਰਦੁਆਰਾ ਬਣਾਇਆ। ਇਸੇ ਤਰ੍ਹਾਂ ਸੰਗਤਾਂ ਆ ਕਰਕੇ ਰਾਤ ਦਿਨ ਸੰਗਤਾਂ ਕੀਰਤਨ ਸੁਣਦੀਆਂ ਨੇ ਔਰ ਗੁਰਪੁਰਬ ਮਨਾਉਂਦੇ ਆ, ਸੰਤਾਂ ਦੀਆਂ ਵਰਸੀਆਂ ਬਣਾਉਂਦੀਆਂ ਹਨ ਅਤੇ ਬਹੁਤ ਜ਼ਿਆਦਾ ਸਾਰਾ ਜਸ ਹੁੰਦਾ, ਦੂਰ ਦੂਰ ਤੱਕ ਸਾਰੇ ਪੰਜਾਬ 'ਚ ਫੈਲ ਗਿਆ ਹੈ। ਇਸੇ ਤਰ੍ਹਾਂ ਗੁਰੂ ਕਿਰਪਾ ਕਰਨਗੇ। ਅਸੀਂ ਬਾਕੀ ਮੈਂ ਆਪ 10 ਬੱਚੇ, ਬਾਕੀ ਸਾਰੇ ਸਾਡੇ ਜੋ ਭਾਈ ਹਨ ਉਹ, मैं भी बूढ़ा हो गया इसलिए 84 साल की उम्र है। हाँ रब ने किसी वे मिलाए लाया सो कृपा करी की संगत साढ़े ते मैं भी रब दे नाल जाके सुरखुर हो करके अपना जन्म सफल होवे, आप संगतां दी आसीस होवे। मैं भी संगत वाहिगुरू के चरणों में सुरखुर होकर कीर्तन करता ही जावां। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨੇ ਦੇਖਿਆ ਬਾਬਾ ਪ੍ਰਧਾਨ ਸਿੰਘ ਜੀ ਕਿਵੇਂ ਪਾਕਿਸਤਾਨ ਤੋਂ ਆਏ ਅਤੇ ਕਿਹੜੇ ਹਾਲਾਤਾਂ ਦਾ ਇਹਨਾਂ ਨੇ ਸਾਹਮਣਾ ਕੀਤਾ, ਪਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਗੁਰਸਿੱਖੀ ਦੇ ਨਾਲ ਜੁੜੇ ਰਹੇ ਅਤੇ ਇਹਨਾਂ ਦੇ ਭਾਈ ਸਾਹਿਬ ਜੋ ਇਹਨਾਂ ਨੂੰ ਇੱਥੇ ਲੈ ਕੇ ਆਏ ਉਸ ਸਮੇਂ ਉਹ ਵੀ ਪੂਰੇ ਗੁਰਸਿੱਖ ਸਨ ਅਤੇ ਬਾਅਦ ਵਿੱਚ ਇਹਨਾਂ ਨੇ ਅੰਮ੍ਰਿਤ ਛਕਿਆ ਇੱਥੇ ਆ ਕੇ ਅਤੇ ਅੱਜ ਪੂਰੀ ਚੜ੍ਹਦੀ ਕਲਾ ਦੇ ਨਾਲ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਹਨ। ਔਰ ਗੁਰਸਿੱਖੀ ਜੀਵਨ ਬਤੀਤ ਹੀ ਨਹੀਂ ਕਰ ਰਹੇ, ਹੋਰ ਸੰਗਤਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜ ਰਹੇ ਹਨ। ਇਹਨਾਂ ਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ, ਕੀਰਤਨ ਸਮਾਗਮ ਕਰਵਾਉਂਦੇ ਹਨ। ਸੋ ਇਹ ਸਭ ਤੋਂ ਵੱਡੀ ਗੁਰੂ ਸਾਹਿਬਾਂ ਦੀ ਕਿਰਪਾ ਹੈ ਇਹਨਾਂ ਉੱਪਰ। ਪਰਮਾਤਮਾ ਇਹਨਾਂ ਨੂੰ ਅਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।